ਕਨੈਕਟ FM ਕੈਨੇਡਾ ਦੇ ਵਿੱਚ ਤੁਹਾਡਾ ਸਵਾਗਤ ਹੈ। ਮੈਂ ਮਨਪ੍ਰੀਤ ਰੰਧਾਵਾ। ਥੋੜੇ ਦਿਨ ਪਹਿਲਾਂ ਇਸੇ ਤਰ੍ਹਾਂ ਇੱਕ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਨੂੰ ਇੱਕ ਗੱਲ ਕਹੀ ਸੀ ਕਿ ਸਾਡੇ ਪੁਲਿਸ ਆਫੀਸਰਸ, ਚਾਹੇ ਉਹ ਸਿਪਾਹੀ ਤੋਂ ਲੈ ਕੇ ਤੇ DGP ਰੈਂਕ ਤੱਕ, ਚਾਹੇ ਉਹ PPS ਹੋਵੇ ਤੇ ਚਾਹੇ ਉਹ IPS ਹੋਵੇ, 80,000 ਦੀ ਲਗਭਗ ਇਹ ਫੋਰਸ ਆ। ਇਹਦੇ ਵਿੱਚ ਜਿਹੜੇ ਕਰਮਚਾਰੀ ਨੇ, ਅਧਿਕਾਰੀ ਨੇ, ਅਫਸਰ ਨੇ, ਉਹ ਲੋਕਾਂ ਦੀ ਕੋਈ ਹਿਫਾਜ਼ਤ ਨਹੀਂ ਕਰ ਰਹੇ ਜਾਂ ਲੋਕਾਂ ਨੂੰ ਸੁਰੱਖਿਆ ਦੀਆਂ ਮਹਿਫੂਜ਼ ਨਹੀਂ ਕਰਵਾ ਰਹੇ ਜੋ ਉਹਨਾਂ ਨੂੰ ਕਰਵਾਉਣਾ ਚਾਹੀਦਾ, ਬਲਕਿ ਇਹਨਾਂ ਵਿੱਚੋਂ ਬਹੁਤ ਸਾਰੇ ਪ੍ਰਾਪਰਟੀ ਡੀਲਰਸ ਬਣ ਗਏ ਨੇ। ਔਰ ਇਹ ਗੱਲ ਮੈਂ ਕੋਈ ਹਵਾ 'ਚ ਨਹੀਂ ਸੀ ਕਹੀ। ਹੁਣ ਇੱਕ ਤਾਜ਼ਾ ਤਰੀਨ ਮਾਮਲਾ ਆਇਆ ਔਰ ਉਸ ਤੋਂ ਇਹ ਗੱਲ ਹੋਰ ਵੀ ਪ੍ਰਮਾਣਿਤ ਹੋ ਜਾਂਦੀ ਆ ਜਦੋਂ ਆਸ਼ੀਸ਼ ਕਪੂਰ OSP, ਜੋ ਇਸ ਵਕਤ ਪੰਜਾਬ ਵਿਜੀਲੈਂਸ ਬਿਊਰੋ ਦੀ ਹਿਰਾਸਤ ਦੇ ਵਿੱਚ ਆ, ਹਾਲਾਂਕਿ ਇੱਕ ਦੋ ਕੇਸਾਂ ਦੇ ਵਿੱਚ ਉਹਨੂੰ ਜ਼ਮਾਨਤ ਵੀ ਮਿਲੀ ਸੀ, ਪਰ ਹਜੇ ਵੀ ਜਿਸ ਤਰ੍ਹਾਂ ਦੇ ਉਸ 'ਤੇ ਸੰਗੀਨ ਜੁਰਮ ਨੇ, ਜਿਹੜਾ ਵਿਅਕਤੀ ਇੱਕ ਇੰਸਪੈਕਟਰ ਭਰਤੀ ਹੁੰਦਾ, 29-30 ਸਾਲ ਦੀ ਉਹਦੀ ਸਰਵਿਸ ਹੁੰਦੀ ਆ, ਪਰ ਇਸ ਦੌਰਾਨ ਜਿਸ ਤਰ੍ਹਾਂ ਦੀ ਉਹ ਪ੍ਰਾਪਰਟੀ ਬਣਾਉਂਦਾ, ਜਾਇਦਾਦਾਂ ਬਣਾਉਂਦਾ ਔਰ ਆਪਣੀ ਪਤਨੀ ਕਮਲ ਕਪੂਰ ਦੇ ਨਾਲ ਮਿਲ ਕੇ ਹੁਣ ਉਹਨਾਂ ਦੋਨਾਂ ਤੇ, ਹਸਬੈਂਡ ਵਾਈਫ ਤੇ ਕੇਸ ਦਰਜ ਹੋ ਗਿਆ ਔਰ ਵਿਜੀਲੈਂਸ ਬਿਊਰੋ ਨੇ ਕੀਤਾ। ਇਸ ਤਮਾਮ ਜਿਹੜੀ FIR ਦਰਜ ਹੋਈ ਹੈ, ਇਸ ਦੀ ਜਾਣਕਾਰੀ ਮੈਂ ਤੁਹਾਡੇ ਨਾਲ ਸਾਂਝੀ ਕਰੂੰਗਾ। ਤੇ ਸਾਡੀਆਂ ਵਿਮਨ ਰੈਸਲਰਸ, ਉਹ ਪਹਿਲਵਾਨ ਕੁੜੀਆਂ ਜਿਨ੍ਹਾਂ ਨੇ ਭਾਰਤ ਦਾ ਨਾਂ ਰੌਸ਼ਨ ਕੀਤਾ, ਇਸ ਦੀ ਗੱਲ ਤਾਂ ਆਪਾਂ ਹਮੇਸ਼ਾ ਹੀ ਕਹਿੰਦੇ ਆ, ਇਹ ਇਕੱਲੀਆਂ ਨਹੀਂ ਹੈ ਜਿਨ੍ਹਾਂ ਨੇ ਆਪਣੇ ਮੈਡਲ ਸੁੱਟਣ ਦਾ ਇੱਕ ਫੈਸਲਾ ਦਰਿਆ ਦੇ ਵਿੱਚ, ਗੰਗਾ ਦੇ ਵਿੱਚ ਸੁੱਟਣ ਦਾ ਫੈਸਲਾ ਕੀਤਾ। ਦੁਨੀਆ ਭਰ ਦੇ ਵਿੱਚੋਂ ਇਸ ਤਰ੍ਹਾਂ ਦੀਆਂ ਐਗਜ਼ਾਮਪਲਸ ਨੇ ਜਦੋਂ ਖਿਡਾਰੀਆਂ ਨੇ ਹਕੂਮਤਾਂ ਦੇ ਖਿਲਾਫ ਬਗਾਵਤ ਕੀਤੀ, ਜਦੋਂ ਉਹਨਾਂ ਨੂੰ ਇਨਸਾਫ ਨਹੀਂ ਸੀ ਮਿਲਦਾ ਜਾਂ ਨਾ ਇਨਸਾਫੀ ਦੇ ਖਿਲਾਫ ਲੜਦੇ ਸੀ। ਕੈਸੀਅਸ ਕਲੇ ਅਮਰੀਕਾ ਦੇ ਜਾਂ USA ਦੇ ਉਹ ਬਾਕਸਰ, ਹੈਵੀਵੇਟ ਚੈਂਪੀਅਨ, ਜਿਨ੍ਹਾਂ ਨੂੰ ਆਪਾਂ ਮੁਹੰਮਦ ਅਲੀ ਦੇ ਨਾਮ ਨਾਲ ਵੀ ਜਾਣਦੇ ਹਾਂ, ਉਹਨਾਂ ਨੇ ਤਾਂ ਆਪਣਾ 골ਡ ਮੈਡਲ, 올림픽 골ਡ ਮੈਡਲ ਦਰਿਆ 'ਚ ਹੀ ਸਿੱਟਤਾ ਸੀ। ਤੇ ਈਰਾਨ ਦੀ ਫੁੱਟਬਾਲ ਦੀ ਟੀਮ ਆ ਪਿੱਛੇ ਜੇ ਕਤਰ ਦੇ ਵਿੱਚ ਸਨ 2022 ਦੇ ਵਿੱਚ ਵਰਲਡ ਕੱਪ ਹੋਇਆ ਸੀ, FIFA ਵਰਲਡ ਕੱਪ, ਉੱਥੇ ਉਹਨਾਂ ਨੇ ਗਰਾਊਂਡ ਤੇ ਆਪਣੇ ਹੀ ਮੁਲਕ ਦੇ ਖਿਲਾਫ ਜਦੋਂ ਉਹਨਾਂ ਦਾ ਨੈਸ਼ਨਲ ਐਂਥਮ ਵੱਜਿਆ, ਆਪਣਾ ਰਾਸ਼ਟਰੀ ਗਾਨ ਉਹਨਾਂ ਨੇ ਗਾਉਣ ਤੋਂ ਮਨਾ ਕਰਤਾ ਸੀ ਕਿਉਂਕਿ ਵਿਰੋਧ ਕਰ ਰਹੇ ਸੀ। ਤੇ ਇਸ ਤੋਂ ਬਾਅਦ ਅੱਜ ਪੰਜਾਬ ਕੈਬਨਿਟ ਦੀ ਇੱਕ ਵਾਰੀ ਫਿਰ ਐਕਸਪੈਂਸ਼ਨ ਹੋਈ ਆ। ਇਹਦੇ ਵਿੱਚ ਇੱਕ ਤਾਂ ਗੱਲ ਕਰਾਂਗੇ ਕਿ ਡਾਕਟਰ ਇੰਦਰਬੀਰ ਸਿੰਘ ਨਿੱਜਰ ਦੀ ਕੀ ਮਜਬੂਰੀ ਸੀ ਕਿ ਉਹਨਾਂ ਨੂੰ ਅਸਤੀਫਾ ਦੇਣਾ ਪਿਆ ਕਿ ਜਾਂ ਉਹਨਾਂ ਤੋਂ ਅਸਤੀਫਾ ਲੈ ਲਿਆ, ਤੇ ਨਾਲ ਹੀ ਉਹ ਕਿਹੜੇ ਮੰਤਰੀ ਨੇ ਜਿਨ੍ਹਾਂ ਦੀ ਇੱਕ ਤਰ੍ਹਾਂ ਦੀ ਪ੍ਰਮੋਸ਼ਨ ਹੋਈ ਆ, ਉਹਨਾਂ ਨੂੰ ਮਹਿਕਮੇ ਵੱਧ ਮਿਲ ਗਏ ਨੇ ਤੇ ਕਈਆਂ ਤੋਂ ਮਹਿਕਮੇ ਖੋਹ ਲਏ ਗਏ ਨੇ। ਆਸ਼ੀਸ਼ ਕਪੂਰ ਉਹ ਪੁਲਿਸ ਆਫੀਸਰ ਆ, ਇਸ ਵਕਤ ਇਹ ਸਸਪੈਂਡਡ ਆ ਕਿਉਂਕਿ ਲਗਭਗ 8 ਮਹੀਨੇ ਹੋ ਗਏ ਸੀ। 6 ਅਕਤੂਬਰ ਸਨ 2022 ਨੂੰ ਇਸ ਨੂੰ ਪੰਜਾਬ ਵਿਜੀਲੈਂਸ ਬਿਊਰੋ ਨੇ ਗ੍ਰਿਫਤਾਰ ਕੀਤਾ ਸੀ ਔਰ ਇਸ ਤੇ ਪਰਚਾ ਦਰਜ ਕੀਤਾ ਸੀ। ਪਰਚਾ ਦਰਜ ਹੋਇਆ ਸੀ ਕਿ ਆਸ਼ੀਸ਼ ਕਪੂਰ ਨੇ ਹੋਰ ਵੀ ਕਈ ਪੁਲਿਸ ਆਫੀਸਰਸ ਨਾਲ ਮਿਲ ਕੇ ਸਨ 2018 ਦੇ ਵਿੱਚ ਪੂਨਮ ਸਿੰਘ ਤੇ ਉਹਦੇ ਪਰਿਵਾਰ ਤੋਂ ਐਕਸਟੋਰਸ਼ਨ ਕੀਤੀ ਆ, ਯਾਨੀ ਕਿ ਜ਼ਬਰਦਸਤੀ ਡਰਾ ਕੇ, ਧਮਕਾ ਕੇ ਉਹਨਾਂ ਤੋਂ ਪੈਸੇ ਮੰਗੇ ਨੇ, ਪੈਸੇ ਲਏ ਨੇ ਬਤੌਰ ਰਿਸ਼ਵਤ। ਇਸੇ ਕਰਕੇ ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ ਦੇ ਅਧੀਨ ਇਸ ਤੇ ਪਰਚਾ ਦਰਜ ਹੋਇਆ ਸੀ। ਪਰ ਕਿਉਂਕਿ ਲਗਭਗ 8 ਮਹੀਨੇ ਦਾ ਸਮਾਂ ਹੋ ਗਿਆ ਸੀ, ਇਸ ਕਰਕੇ ਬੀਤੇ ਦਿਨ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਗੁਰਿੰਦਰ ਸਿੰਘ ਗਿੱਲ, ਇਹਨਾਂ ਨੇ ਜ਼ਮਾਨਤ ਦਿੱਤੀ ਸੀ। ਇਸ ਕੇਸ ਤੋਂ ਤਾਂ ਬਾਹਰ ਆ ਗਏ ਸੀ, ਜ਼ਮਾਨਤ ਮਿਲ ਗਈ ਸੀ, ਆਉਣਾ ਸੀ ਇਸ ਤੋਂ ਬਾਅਦ। ਲੇਕਿਨ ਇੱਕ ਹੋਰ ਕੇਸ ਸੀ ਇਸ ਤੇ ਕਿ ਇਸ ਨੇ ਕਸਟੋਡੀਅਲ ਰੇਪ ਕੀਤਾ ਪੂਨਮ ਸਿੰਘ ਦਾ, ਉਹ ਲੜਕੀ ਜਿਹੜੀ ਕੁਰੂਕਸ਼ੇਤਰ ਦੀ ਰਹਿਣ ਵਾਲੀ ਆ। ਤੇ ਜਦੋਂ ਉਹ ਪਟਿਆਲੇ ਜੇਲ੍ਹ ਦੇ ਵਿੱਚ ਸੀ, ਉਹਨਾਂ ਦੇ ਪਰਿਵਾਰ ਤੇ ਇਮੀਗ੍ਰੇਸ਼ਨ ਦਾ ਇੱਕ ਪਰਚਾ ਦਰਜ ਕੀਤਾ ਗਿਆ ਹੋਇਆ ਸੀ ਜੋ ਪੂਨਮ ਸਿੰਘ ਦੇ ਮੁਤਾਬਿਕ ਫਰਜ਼ੀ ਪਰਚਾ ਸੀ। ਉਸ ਦੌਰਾਨ ਆਸ਼ੀਸ਼ ਕਪੂਰ ਨੇ ਕਥਿਤ ਤੌਰ ਤੇ ਪੂਨਮ ਸਿੰਘ ਦਾ ਕਸਟੋਡੀਅਲ ਰੇਪ ਕੀਤਾ, ਯਾਨੀ ਕਿ ਜਦੋਂ ਜੇਲ੍ਹ 'ਚ ਬੰਦ ਸੀ ਉਸ ਦੀ ਮਜਬੂਰੀ ਦਾ ਫਾਇਦਾ ਉਠਾਇਆ। ਇਹ ਸਾਰਾ ਕੁਝ FIR ਦਾ ਹਿੱਸਾ। ਇਸ ਨੂੰ ਲੈ ਕੇ ਕੁੰਵਰ ਵਿਜੇ ਪ੍ਰਤਾਪ ਸਿੰਘ ਜਦੋਂ IG ਹੁੰਦੇ ਸੀ, ਹੁਣ ਤਾਂ ਉਹ MLA ਬਣ ਗਏ ਆਮ ਆਦਮੀ ਪਾਰਟੀ ਤੇ, ਉਹਨਾਂ ਨੇ ਇੱਕ ਜਾਂਚ ਵੀ ਕੀਤੀ ਸੀ ਔਰ ਉਹਨਾਂ ਨੇ ਆਸ਼ੀਸ਼ ਕਪੂਰ ਨੂੰ ਲਗਭਗ ਦੋਸ਼ੀ ਪਾਇਆ ਸੀ, ਪਰ ਉਸ ਤੇ ਕਦੇ ਕਾਰਵਾਈ ਨਹੀਂ ਹੋਈ ਕਿਉਂਕਿ ਆਸ਼ੀਸ਼ ਕਪੂਰ ਉਹਨਾਂ ਦਿਨਾਂ ਦੇ ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ, ਬਹੁਤ ਪਾਵਰਫੁਲ ਸੀ। ਇਹ ਖਾਸ ਤੌਰ ਤੇ BK ਉੱਪਲ, ਜਿਹੜੇ ਸਾਬਕਾ ਵਿਜੀਲੈਂਸ ਬਿਊਰੋ ਦੇ ਚੀਫ ਰਹੇ ਨੇ, ਚੀਫ ਡਾਇਰੈਕਟਰ, ਉਹਨਾਂ ਦੇ ਬੜੇ ਚਹੇਤੇ ਸੀ। ਤੇ ਨਾਲ ਹੀ ਜਿਸ ਤਰ੍ਹਾਂ ਭਾਰਤਿੰਦਰ ਸਿੰਘ ਚਹਿਲ, ਉਸ ਟਾਈਮ ਉਹਨਾਂ ਨੂੰ ਕੈਬਨਿਟ ਰੈਂਕ ਮਿਲਿਆ ਹੁੰਦਾ ਸੀ, ਉਹਨਾਂ ਦੇ ਵੀ ਬੜੇ ਖਾਸ ਸੀ, ਬੜੇ ਚਹੇਤੇ ਸੀ। ਇਸ ਕਰਕੇ ਆਸ਼ੀਸ਼ ਕਪੂਰ ਨੂੰ ਤਾਂ ਕਿਸੇ ਦਾ ਡਰ ਹੀ ਨਹੀਂ ਸੀ।
ਇਸ ਦੀ ਜਦੋਂ ਜਾਂਚ ਕਿਸੇ ਦਾ ਕੁਝ ਹੋਇਆ ਨਹੀਂ ਤੇ ਫਿਰ ਸ਼ਰਦ ਸੱਤਿਆ ਚੌਹਾਨ ਜਿਹੜੇ ਇਸ ਟਾਈਮ ਸਪੈਸ਼ਲ ਡੀਜੀਪੀ ਨੇ ਤੇ ਨਾਲ ਇਹਨਾਂ ਦੇ ਏਡੀਜੀਪੀ ਰੈਂਕ ਦੇ ਵਿਭੂ ਰਾਜ, ਇਹਨਾਂ ਕੋਲ ਵੀ ਜਾਂਚ ਗਈ ਸੀ, ਇਹਨਾਂ ਦੀ ਇੱਕ ਐਸਆਈਟੀ ਬਣੀ ਸੀ, ਇਹਨਾਂ ਨੇ ਕੁਝ ਨਹੀਂ ਕੀਤਾ। ਬਾਅਦ ਦੇ ਵਿੱਚ ਜਦੋਂ ਇਹੀ ਸ਼ਿਕਾਇਤ ਪੰਜਾਬ ਸਟੇਟ ਕੰਪਲੇਂਟਸ ਅਥਾਰਟੀ, ਜਿਨ੍ਹਾਂ ਦੇ ਚੇਅਰਮੈਨ ਅੱਜ ਕੱਲ੍ਹ ਸਤੀਸ਼ ਚੰਦਰ ਨੇ, ਸੀਨੀਅਰ ਆਈਐਸ ਆਫੀਸਰ ਜਿਹੜੇ ਰਿਟਾਇਰ ਹੋ ਕੇ ਉਸ ਤੋਂ ਬਾਅਦ ਇਹਨਾਂ ਨੂੰ ਚੇਅਰਮੈਨ ਲਾਇਆ ਗਿਆ, ਇਹਨਾਂ ਨੇ ਰਿਕਮੈਂਡ ਕੀਤਾ, ਬਲਕਿ ਸਿਫਾਰਿਸ਼ ਉਹਨਾਂ ਨੇ ਕੀਤੀ। ਉਹਨਾਂ ਨੇ ਇਹ ਕਿਹਾ ਕਿ ਜਿਹੜੇ ਡੀਜੀਪੀ ਸ਼ਰਦ ਸੱਤਿਆ ਚੌਹਾਨ ਨੇ ਤੇ ਜਾਂ ਏਡੀਜੀਪੀ ਵਿਭੂ ਰਾਜ ਜਾਂ ਇਹਨਾਂ ਦੀ ਸਾਰੀ ਟੀਮ ਹੈ, ਇਹਨਾਂ ਨੇ ਆਪਣਾ ਕੰਮ ਠੀਕ ਤਰ੍ਹਾਂ ਨਹੀਂ ਕੀਤਾ। ਇਸ ਕੇਸ ਦੇ ਵਿੱਚ ਐਫਆਈਆਰ ਦਰਜ ਹੋਣੀ ਚਾਹੀਦੀ ਸੀ ਆਸ਼ੀਸ਼ ਕਪੂਰ ਜਾਂ ਉਹਨਾਂ ਦੇ ਬਾਕੀ ਸਾਥੀਆਂ ਤੇ। ਉਸ ਕੇਸ ਦੇ ਵਿੱਚ ਵੀ ਆਸ਼ੀਸ਼ ਕਪੂਰ ਨੇ ਹੁਣ ਕੋਰਟ ਤੋਂ ਸਟੇ ਲੈ ਲਿਆ, ਬਲਕਿ ਹਾਲਾਂਕਿ ਕੋਰਟ ਨੇ ਸਿਰਫ ਉਹਨਾਂ ਦੀ ਰਿਕਮੈਂਡੇਸ਼ਨ ਜਿਹੜੀ ਸਤੀਸ਼ ਚੰਦਰਾ ਨੇ ਕੀਤੀ ਸੀ ਉਸ ਤੇ ਸਟੇ ਦਿੱਤਾ ਸੀ, ਨਾ ਕਿ ਐਫਆਈਆਰ ਤੇ। ਹੁਣ ਬਲਕਿ ਉਸ ਆਸ਼ੀਸ਼ ਕਪੂਰ ਨੇ ਇਹ ਕਹਿਤਾ, ਕਹਿੰਦੇ ਜੀ ਇਹ ਤਾਂ ਕੰਟੈਂਪਟ ਆਫ ਕੋਰਟ ਹੋ ਗਈ, ਮੇਰੇ ਖਿਲਾਫ ਤਾਂ ਕੋਈ ਜਾਂਚ ਚੱਲਣੀ ਸੀ, ਇਹ ਵੱਖਰੇ ਕੇਸ ਆ। ਮੈਂ ਤੁਹਾਨੂੰ ਇਹ ਬੈਕਗਰਾਉਂਡ ਇਸ ਕਰਕੇ ਦੱਸ ਰਿਹਾ ਤਾਂ ਕਿ ਤੁਹਾਨੂੰ ਪਤਾ ਲੱਗ ਜੇ ਕਿ ਆਸ਼ੀਸ਼ ਕਪੂਰ ਕਰ ਕੀ ਰਿਹਾ। ਪਰ ਹੁਣ ਉਸ ਦੇ ਖਿਲਾਫ ਇੱਕ ਤਾਜ਼ਾ ਤਰੀਨ ਮਾਮਲਾ ਦਰਜ ਹੋ ਗਿਆ, ਜਿਹੜਾ ਬੀਤੇ ਕੱਲ ਯਾਨੀ ਕਿ ਮੰਗਲਵਾਰ ਨੂੰ 30 ਮਈ ਦੀ ਤਰੀਕ ਨੂੰ ਦੁਪਹਿਰੇ 2:05 ਤੇ ਇਹ ਪਰਚਾ ਦਰਜ ਹੋਇਆ। ਔਰ ਇੱਕ ਪਰਚਾ ਕੱਲਾ ਆਸ਼ੀਸ਼ ਕਪੂਰ ਤੇ ਨਹੀਂ ਹੋਇਆ, ਉਹਨਾਂ ਦੀ ਪਤਨੀ ਕਮਲ ਕਪੂਰ ਉਸ ਤੇ ਵੀ ਹੋਇਆ। ਔਰ ਇਹਨਾਂ ਦੇ ਖਿਲਾਫ ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ ਤੇ ਨਾਲੇ 120B ਯਾਨੀ ਕਿ ਇਹਨਾਂ ਨੇ ਕ੍ਰਿਮੀਨਲ ਕਨਸਪੀਰੇਸੀ ਕੀਤੀ ਹੈ, ਇੱਕ ਸਾਜ਼ਿਸ਼ ਕੀਤੀ ਆ। ਔਰ ਕਿਸ ਤਰ੍ਹਾਂ ਇਹਨਾਂ ਨੇ ਆਪਣੀਆਂ ਜਾਇਦਾਦਾਂ ਬਣਾਈਆਂ ਨੇ। ਵੈਸੇ ਮੈਂ ਤੁਹਾਨੂੰ ਇਹ ਵੀ ਦੱਸਦਾ ਕਿ ਬੀਤੇ ਦਿਨੀ ਇੱਕ ਕੁੱਟਮਾਰ ਹੋਈ ਸੀ ਜਦੋਂ ਸਨ 2018 ਦੇ ਵਿੱਚ ਜ਼ੀਰਕਪੁਰ ਪੁਲਿਸ ਸਟੇਸ਼ਨ ਦੇ ਵਿੱਚ, ਜਿੱਥੇ ਹੋਰ तमाम ਪੁਲਿਸ ਅਫਸਰ ਬੈਠੇ ਹੋਏ ਨੇ, ਉਹ ਨਾਲ ਨੇ। ਉਹਨਾਂ ਦੇ ਵਿੱਚ ਚਾਹੇ ਸਮਰਪਾਲ ਸਿੰਘ ਜਿਹੜੇ ਹੁਣ ਡੀਐਸਪੀ ਬਣ ਗਿਆ, ਉਹਨਾਂ ਦਿਨਾਂ ਦੇ ਵਿੱਚ ਇੰਸਪੈਕਟਰ ਹੁੰਦੇ ਸੀ, ਤੇ ਆਸ਼ੀਸ਼ ਕਪੂਰ ਦੇ ਬੜੇ ਖਾਸ ਹੁੰਦੇ ਸੀ, ਇਹ ਹੁਣ ਵਿਟਨੈਸ ਬਣ ਗਏ ਨੇ। ਇਸੇ ਤਰ੍ਹਾਂ ਪਵਨ ਕੁਮਾਰ ਜਿਹੜੇ ਜ਼ੀਰਕਪੁਰ ਦੇ ਸਨ 2018 ਦੇ ਵਿੱਚ ਐਸਐਚਓ ਸੀ ਤੇ ਹੁਣ ਡੀਐਸਪੀ ਬਣ ਗਏ ਆ, ਹੁਣ ਇਹ ਅਪਰੂਵਰ ਬਣ ਗਏ ਨੇ। ਕਹਿੰਦੇ ਮੈਂ ਵਾਅਦਾ ਮਾਫ ਗਵਾਹ ਬਣ ਜਾਣਾ, ਮੈਂ ਤਾਂ ਰਲ ਜਾਣਾ ਵਿਜੀਲੈਂਸ ਬਿਊਰੋ ਦੇ ਨਾਲ, ਤੇ ਇਸ ਕਰਕੇ ਮੈਂ ਸਾਰਾ ਕੁਝ ਦੱਸੂਗਾ। ਇਸ ਤੋਂ ਇਲਾਵਾ ਤਰਲੋਚਨ ਸਿੰਘ ਡੀਐਸਪੀ, ਉਦੋਂ ਇਹ ਵੀ ਇੰਸਪੈਕਟਰ ਸੀ, ਇਹ ਵੀ ਡੀਐਸਪੀ ਬਣ ਗਿਆ। ਹਰਜਿੰਦਰ ਸਿੰਘ, ਇਹਨਾਂ ਨੂੰ ਸਾਰਿਆਂ ਨੂੰ ਬੁੱਕ ਕੀਤਾ ਸੀ। ਉਸ ਦੌਰਾਨ ਪੂਨਮ ਸਿੰਘ ਦੀ ਉਸੇ ਜ਼ੀਰਕਪੁਰ ਪੁਲਿਸ ਸਟੇਸ਼ਨ ਦੇ ਵਿੱਚ, ਤੁਸੀਂ ਵੀਡੀਓ 'ਚ ਵੀ ਦੇਖ ਸਕਦੇ ਹੋ, ਕੁੱਟਮਾਰ ਹੁੰਦੀ ਆ ਔਰ ਆਸ਼ੀਸ਼ ਕਪੂਰ ਉਹ ਕਰਦਾ। ਹਿਸਾਬ ਦੇ ਦੂਗੀ ਤਾਂ ਕੁਝ ਕਰ ਲਾਂਗੇ, नहीं तो यार बन्ने तो ही सारे ही जाऊंगे। अच्छा चल ये बता, मेरी बात सुन, तेरे पास जेल वालों की क्या रिकॉर्डिंग है? तो बोलती थी ना मेरी वहाँ से शिवराज से बात हुई, उसने बोला अब यहाँ से कैसे। उन्होंने मुझे जेल में बताया था, मेरे पास कोई रिकॉर्डिंग नहीं है। नहीं, तूने ये भी बताया था भी अमित से मैंने गाड़ी की है, वो आपने मुझे बताया था। और कब मुझे बताया? आपने तो आपने बोला था मेरे को, बोला था। मैं बोले थे, 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 ਇੱਥੇ ਖੜੇ थे। ਇਸ ਦੀ ਹੁਣ ਜਾਂਚ ਹੋ ਕੇ ਆ ਗਈ ਆ, ਫੋਰੈਂਸਿਕ ਸਾਇੰਸ ਲੈਬੋਰੇਟਰੀ ਤੋਂ ਰਿਪੋਰਟ ਆ ਗਈ ਆ ਔਰ ਉਹਦੇ ਵਿੱਚ ਆਸ਼ੀਸ਼ ਕਪੂਰ ਦੇ ਜਿਹੜੇ ਵੌਇਸ ਸੈਂਪਲ ਨੇ ਉਹ ਠੀਕ ਪਾਏ ਗਏ ਨੇ ਕਿ ਹਾਂ ਇਹ ਇਸੇ ਦੀ ਆਵਾਜ਼ ਆ। ਇਹ ਤੁਸੀਂ ਸੁਣ ਵੀ ਸਕਦੇ ਹੋ। ਹੁਣ ਤੁਸੀਂ ਦੇਖੋ, ਇਹ ਤਾਂ ਆ ਗਿਆ ਜਿਹੜੀ ਮੈਂ ਤੁਹਾਡੇ ਨਾਲ 30 ਮਈ ਨੂੰ ਜਿਹੜੀ ਬੀਤੇ ਕੱਲ ਐਫਆਈਆਰ ਦਰਜ ਹੋਈ ਆ, ਉਸ ਤੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਆ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਇੱਕ ਪੁਲਿਸ ਇੰਸਪੈਕਟਰ ਵਿਅਕਤੀ ਭਰਤੀ ਹੁੰਦਾ ਆਪਣੇ 29-30 ਸਾਲਾਂ ਦੇ ਵਿੱਚ ਕਿੰਨੀ ਕੁ ਜਾਇਦਾਦ ਬਣਾ ਲੈਂਦਾ। ਇਸੇ ਕਰਕੇ ਤਾਂ ਇਹਨਾਂ ਨੂੰ ਪ੍ਰਾਪਰਟੀ ਡੀਲਰ ਜਾਂ ਇਹਨਾਂ ਨੂੰ ਕਿਹਾ ਜਾਂਦਾ ਕਿ ਕਿਸ ਤਰ੍ਹਾਂ ਇਹ ਰਿਸ਼ਵਤਾਂ ਲੈਂਦੇ ਨੇ। 28 ਅਪ੍ਰੈਲ 1993 ਦੇ ਵਿੱਚ ਆਸ਼ੀਸ਼ ਕਪੂਰ ਬਤੌਰ ਇੰਸਪੈਕਟਰ ਭਰਤੀ ਹੁੰਦਾ ਤੇ ਹੁਣ ਜਦੋਂ ਵਿਜੀਲੈਂਸ ਬਿਊਰੋ ਨੇ ਸਾਰਾ ਕੁਝ ਖੰਗਾਲਿਆ, 1 ਅਗਸਤ ਸਨ 2017 ਤੋਂ ਲੈ ਕੇ 31 ਅਗਸਤ ਸਨ 2022 ਤੱਕ ਇਸ ਨੇ ਕਿੰਨੀ ਕੁ ਜਾਇਦਾਦ ਬਣਾਈ, ਇਹਦਾ ਤੁਸੀਂ ਅੰਦਾਜ਼ਾ ਇਸ ਗੱਲ ਤੋਂ ਲਾ ਸਕਦੇ ਹੋ ਕਿ ਇਹ ਵਿਅਕਤੀ ਜਦੋਂ 2001 ਦੇ ਵਿੱਚ ਡੀਐਸਪੀ ਬਣ ਜਾਂਦਾ ਤੇ ਸਨ 2011 ਦੇ ਵਿੱਚ ਕਪਤਾਨ ਬਣ ਜਾਂਦਾ, ਯਾਨੀ ਕਿ ਸੁਪਰਡੈਂਟ ਬਣ ਜਾਂਦਾ। ਤੇ ਉਸ ਤੋਂ ਬਾਅਦ ਫਿਰ ਜਿਹੜੇ ਖੁਲਾਸੇ ਹੋਏ ਨੇ ਇਸ ਐਫਆਈਆਰ ਜਾਂ ਜਿਹੜੀ ਮੁੱਢਲੀ ਜਾਂਚ ਹੋਈ ਆ, ਉਹ ਤੁਸੀਂ ਸੁਣ ਕੇ ਵਾਕਿਆ ਹੈਰਾਨ ਹੋ ਜਾਓਗੇ। ਕਹਿੰਦੇ ਸਨ 2020 ਦੇ ਵਿੱਚ ਇਸ ਵਿਅਕਤੀ ਨੇ, ਇਸ ਤੋਂ ਪਹਿਲਾਂ ਜਲੰਧਰ ਦੇ ਵਿੱਚ, ਇਹਨਾਂ ਦੇ ਪਿਤਾ ਦਾ ਨਾਮ ਹੈ ਹੁਸਨਲਾਲ ਕਪੂਰ, ਜਲੰਧਰ ਦੇ ਵਿੱਚ ਰਹਿੰਦੇ ਸੀ। ਲਗਭਗ ਤੁਸੀਂ ਕਹਿ ਸਕਦੇ ਹੋ ਕਿ 19 ਕੁ ਮਰਲੇ ਇਹਨਾਂ ਕੋਲੇ ਥਾਂ ਸੀ, ਇਸ ਤੋਂ ਜ਼ਿਆਦਾ ਨਹੀਂ ਸੀ, ਕਿਉਂਕਿ ਹੋਰ ਕੋਈ ਸੋਰਸ ਆਫ ਇਹਨਾਂ ਦਾ ਇਨਕਮ ਹੈ ਹੀ ਨਹੀਂ ਸੀ। ਤੇ ਜਦੋਂ ਨੌਕਰੀ ਲੱਗਦੀ ਹੈ, ਜਦੋਂ ਇੰਸਪੈਕਟਰ ਲੱਗਦਾ
ਤੇ ਖੈਰ ਨੌਕਰੀ ਚੱਲਦੀ ਰਹਿੰਦੀ ਹੈ। ਪਰ ਸਨ 2020 ਦੇ ਵਿੱਚ ਇਹ ਇੱਕ ਕਾਰਨਰ ਪਲਾਟ 500 ਗਜ ਤੋਂ ਵੀ ਵੱਧ 507 ਗਜ ਦਾ ਉਹ ਪਲਾਟ ਆ। ਇਹ ਪਲਾਟ ਇਹ ਲੈਂਦਾ ਰੈਜ਼ੀਡੈਂਸ਼ੀਅਲ ਪਲਾਟ ਤੇ 88 ਸੈਕਟਰ ਦੇ ਵਿੱਚ, ਜਿਹਦੀ ਕੀਮਤ ਮੋਹਾਲੀ ਦੇ ਵਿੱਚ ਇਹ ਵੀ ਦੱਸਦਾ ਤੁਹਾਨੂੰ, ਜਿਹਦੀ ਕੀਮਤ 90,16,100 ਰੁਪਇਆ। ਔਰ ਵਿਜੀਲੈਂਸ ਬਿਊਰੋ ਦਾ ਕਹਿਣਾ ਕਿ ਜਿਹੜੀਆਂ ਇਹ ਰਜਿਸਟਰੀਆਂ ਹੋਈਆਂ ਨੇ, ਇਸ ਗੱਲ ਨੂੰ ਬਹੁਤ ਧਿਆਨ 'ਚ ਰੱਖਿਓ, ਇਹ ਸਾਰੀਆਂ ਅੰਡਰ ਵੈਲਿਊ ਕੀਤੀਆਂ ਗਈਆਂ ਨੇ। ਜਿੰਨੀ ਕੀਮਤ ਆ ਉਹ ਤੋਂ ਬਹੁਤ ਘੱਟ ਇਹ ਰਜਿਸਟ੍ਰੇਸ਼ਨਸ ਹੋਈਆਂ ਨੇ। ਸੋ ਇਸ ਉੱਤੇ ਵੀ ਉਹਨਾਂ ਦੀ ਜਾਂਚ ਚੱਲ ਰਹੀ ਆ। ਇਸ ਤੋਂ ਬਾਅਦ ਸਨ 2020 ਤੋਂ ਬਾਅਦ ਇਸੇ ਆਸ਼ੀਸ਼ ਕਪੂਰ ਤੇ ਇਹਦੀ ਪਤਨੀ ਕਮਲ ਕਪੂਰ ਨੇ ਕਥਿਤ ਤੌਰ ਤੇ ਇਹਦਾ ਆਧੁਨਿਕਰਨ ਕੀਤਾ, ਯਾਨੀ ਕਿ ਇਹਨੂੰ ਮਾਡਰਨ ਵੀ ਬਣਾਉਣਾ ਸੀ, ਇਹਦੇ ਵਿੱਚ ਹਰ ਤਰ੍ਹਾਂ ਦੀ ਸੁੱਖ ਸੁਵਿਧਾ ਵੀ ਦੇਣੀ ਸੀ। ਉਸ ਉੱਤੇ ਇਹਨਾਂ ਨੇ ਸਨ 2020 ਤੋਂ ਲੈ ਕੇ ਸਨ 2022 ਤੱਕ 2 ਕਰੋੜ ਤੇ 20 ਲੱਖ ਰੁਪਇਆ ਖਰਚ ਕਰ ਦਿੱਤਾ। ਹੁਣ ਤੁਸੀਂ ਆਪ ਦੇਖੋ ਕਿ ਇੰਨਾ ਪੈਸਾ ਇਹਨਾਂ ਕੋਲੇ ਆਇਆ ਕਿੱਥੋਂ। ਅੱਗੇ ਆ ਜਾਓ। ਅੱਗੇ ਕਹਿੰਦੇ ਨੇ ਕਿ ਸਨ 2022 ਦੇ ਵਿੱਚ ਦੀ ਪਾਮ ਨਿਊ ਚੰਡੀਗੜ੍ਹ ਦੇ ਵਿੱਚ ਇਹ ਇੱਕ ਲੋਕੈਲਿਟੀ ਹੈ, ਰੈਜ਼ੀਡੈਂਸ਼ੀਅਲ ਏਰੀਆ ਦੀ ਪਾਮ। ਉੱਥੇ ਇਹਨਾਂ ਨੇ 250 ਗਜ ਦਾ ਇੱਕ ਪਲਾਟ ਖਰੀਦਿਆ ਔਰ ਉਸ ਦੀ ਕੀਮਤ 34,12,663 ਰੁਪਇਆ। ਇਹ ਪੈਸਾ ਕਿੱਥੋਂ ਆਇਆ? ਕੀ ਇੱਕ ਆਮ ਸਧਾਰਨ ਪੁਲਿਸ ਆਫੀਸਰ ਕੀ ਉਹਦੀ ਇੰਨੀ ਤਨਖਾਹ ਹੁੰਦੀ ਹੈ? ਖੈਰ ਅੱਗੇ ਚੱਲਦੇ ਹਾਂ। ਫਿਰ ਸੈਕਟਰ 63 ਦੇ ਵਿੱਚ ਉਸੇ ਸਾਲ ਇੱਕ ਹੋਰ 3 ਬੈਡਰੂਮ ਦਾ ਇੱਕ ਫਲੈਟ ਖਰੀਦਿਆ ਗਿਆ, ਜਿਹਦੀ ਕੀਮਤ 41,65,406 ਰੁਪਏ ਸੀ। ਉਹ ਵੀ ਵਿਜੀਲੈਂਸ ਬਿਊਰੋ ਦੇ ਧਿਆਨ ਦੇ ਵਿੱਚ ਆਇਆ। ਅੱਗੇ ਚੱਲਦੇ ਹਾਂ। ਇਸੇ ਤਰ੍ਹਾਂ ਇਹਨਾਂ ਦੀ ਪਤਨੀ ਕਮਲ ਕਪੂਰ ਨੇ ਇੱਕ ਕੰਪਨੀ ਦੇ ਵਿੱਚ ਇਨਵੈਸਟਮੈਂਟ ਕੀਤੀ, ਨਿਵੇਸ਼ ਕੀਤਾ 15 ਲੱਖ ਰੁਪਏ ਦਾ। ਲੈਵਨ ਪੈਕੇਜਿੰਗ ਪ੍ਰਾਈਵੇਟ ਲਿਮਿਟਿਡ ਕੰਪਨੀ ਆ ਤੇ ਕਮਲ ਕਪੂਰ ਨੇ ਉਹ 15 ਲੱਖ, ਹੋਰ ਵੀ 2 ਪਾਰਟਨਰ ਸੀ ਪਰ ਇਹਨਾਂ ਨੇ 15 ਲੱਖ ਰੁਪਏ ਦੀ ਉਹ 'ਚ ਨਿਵੇਸ਼ ਕੀਤਾ। ਇਹ ਕਿੱਥੋਂ ਆਏ ਸਾਰੇ ਪੈਸੇ? ਇਸ ਤੋਂ ਇਲਾਵਾ ਵਿਜੀਲੈਂਸ ਬਿਊਰੋ ਨੇ ਜਿਹੜੀ ਜਾਂਚ ਕੀਤੀ ਆ ਮੁੱਢਲੀ, ਉਹਦੇ ਵਿੱਚ ਇਹ ਵੀ ਪਤਾ ਲੱਗਾ ਕਿ ਵਿਦੇਸ਼ੀ ਦੌਰੇ ਇਹਨਾਂ ਨੇ ਬਹੁਤ ਕੀਤੇ। ਆਸ਼ੀਸ਼ ਕਪੂਰ ਆ, ਕਮਲ ਕਪੂਰ ਆ, ਔਰ ਤੁਹਾਨੂੰ ਯਾਦ ਹੋਣਾ ਜਿਨ੍ਹਾਂ ਦਿਨਾਂ ਦੇ ਵਿੱਚ ਕਮਲ ਕਪੂਰ ਨੂੰ ਬੁਲਾਇਆ ਜਾਂਦਾ ਸੀ ਪੁੱਛਗਿੱਛ ਲਈ ਔਰ ਇਹਨਾਂ ਨੂੰ ਪੁੱਛਿਆ ਜਾਂਦਾ ਸੀ ਕਿ ਤੁਸੀਂ ਦੱਸੋ ਕਿ ਤੁਸੀਂ ਵਿਦੇਸ਼ੀ ਦੌਰੇ ਕਿਸ ਤਰ੍ਹਾਂ ਕੀਤੇ ਨੇ, ਪੈਸਾ ਤੁਹਾਡੇ ਕੋਲ ਕਿੱਥੋਂ ਆਇਆ। ਜੋ ਸਾਡੀ ਜਾਣਕਾਰੀ ਹੈ ਉਸ ਮੁਤਾਬਕ ਇਹ ਕੋਈ ਦੱਸ ਨਹੀਂ ਸਕੇ, ਕੋਈ ਜਿਹੜੀ ਜਿਹਨੂੰ ਕਹਿੰਦੇ ਆ ਕੋਈ ਐਕਸਪਲੇਨੇਸ਼ਨ ਨਹੀਂ ਦੇ ਸਕੇ, ਸੈਟਿਸਫੈਕਟਰੀ ਐਕਸਪਲੇਨੇਸ਼ਨ, ਜਿਹਦੇ ਨਾਲ ਕਿ ਵਿਜੀਲੈਂਸ ਬਿਊਰੋ ਦੀ ਤਸੱਲੀ ਹੋ ਸਕੇ। ਇਹ ਵੀ ਗੱਲ ਆ। 10 ਬੈਂਕ ਖਾਤੇ ਨੇ ਇਹਨਾਂ ਦੇ। ਆਮ ਤੌਰ ਤੇ ਅਮੂਮਨ ਇੱਕ ਜਿਹੜਾ ਨੌਕਰੀ ਪੇਸ਼ੇ ਵਾਲਾ ਬੰਦਾ, ਇੱਕ ਪੁਲਿਸ ਅਫੀਸਰ ਆ, ਕੀ ਉਹਦੇ 10 ਬੈਂਕ ਖਾਤੇ ਹੋਣਗੇ? ਕੀ ਇਹ ਕੋਈ ਮਲਟੀਨੈਸ਼ਨਲ ਕੰਪਨੀ ਚਲਾਉਂਦੇ ਆ? ਔਰ ਉਹਦੇ ਵਿੱਚ ਜਿਹੜਾ ਬਕਾਇਆ ਪਾਇਆ ਗਿਆ ਉਹ 65 ਲੱਖ ਰੁਪਏ ਦਾ। ਇੰਨੀਆਂ ਪ੍ਰਾਪਰਟੀਆਂ, ਸਾਰਾ ਕੁਝ ਫਿਰ ਬਕਾਇਆ ਵੀ ਹੈ। ਔਰ ਇਸ ਤੋਂ ਇਲਾਵਾ ਜਿਹੜੀ ਜਾਂਚ ਆ ਉਹ ਵਿਜੀਲੈਂਸ ਬਿਊਰੋ ਨੇ ਇਹ ਕਹੀ ਹੈ ਕਿ ਇਸ ਪੀਰੀਅਡ ਦੇ ਦੌਰਾਨ ਇਹਨਾਂ ਦੀ ਜਿਹੜੀ ਕਮਾਈ ਸੀ, ਨੋਨ ਸੋਰਸਿਸ ਆਫ ਇਨਕਮ ਸੀ, ਦੋਨੇ ਮੀਆਂ ਬੀਵੀ ਦੇ, ਦੋਨੇ ਹਸਬੈਂਡ ਵਾਈਫ ਦੇ, ਆਸ਼ੀਸ਼ ਕਪੂਰ ਤੇ ਨਾਲ ਇਹਨਾਂ ਦੀ ਪਤਨੀ ਕਮਲ ਕਪੂਰ ਦੇ, ਉਹ ਸੀ 2,44,64,871 ਰੁਪਏ। ਪਰ ਖਰਚਾ ਕਿੰਨਾ ਇਹਨਾਂ ਨੇ ਕੀਤਾ? 5,60,91,650 ਰੁਪਏ। ਡਿਫਰੈਂਸ ਕਿੰਨਾ? 3,16,26,779 ਰੁਪਏ। ਹੁਣ ਮੈਨੂੰ ਇਹ ਦੱਸੋ ਕਿ ਇਹ 3 ਕਰੋੜ ਲਗਭਗ 4 ਕਰੋੜ ਹੀ ਤੁਸੀਂ ਲਾ ਲਓ, ਇਹ ਪੈਸਾ ਆਇਆ ਕਿੱਥੋਂ? ਇਹਦੀ ਐਕਸਪਲੇਨੇਸ਼ਨ ਜਾਂ ਇਹਦੀ ਜੋ ਵੀ ਤੁਹਾਡੇ ਤੋਂ ਸਫਾਈ ਮੰਗੀ ਗਈ ਤੁਸੀਂ ਕਿਉਂ ਨਹੀਂ ਦੇ ਪਾਏ? ਔਰ ਤੁਸੀਂ ਦੇਖੋ ਇਹ ਜਿਹੜਾ ਖਰਚਾ, ਇਹ ਜਿਹੜਾ ਲਗਭਗ 130% ਵਾਧਾ ਜੋ ਇਹਨਾਂ ਨੇ ਦੱਸਿਆ। ਇਹੀ ਕਾਰਨ ਆ ਕਿ ਆਸ਼ੀਸ਼ ਕਪੂਰ ਵਰਗੇ ਬੰਦੇ ਬਹੁਤ ਸਾਰੇ ਹੋਰ ਅਫਸਰਾਂ ਉਹਨਾਂ ਤੇ ਵੀ ਡਾਊਟ ਕ੍ਰੀਏਟ ਕਰਦੇ ਨੇ ਜਦੋਂ ਇਹ ਪੁਲਿਸਿੰਗ ਕਰਦੇ ਨੇ, ਉਸ ਵਕਤ ਜਦੋਂ ਇੰਨੇ ਪਾਵਰਫੁਲ ਹੁੰਦੇ ਨੇ। ਪਰ ਮੈਨੂੰ ਲੱਗਦਾ ਕਿਤੇ ਨਾ ਕਿਤੇ ਜਦੋਂ ਤੁਸੀਂ ਇਸ ਤਰ੍ਹਾਂ ਦੀਆਂ ਕਮਾਈਆਂ ਕੀਤੀਆਂ ਹੁੰਦੀਆਂ, ਤੁਹਾਨੂੰ ਜਦੋਂ ਆ ਕੇ ਪੁਲਿਸ ਫੜਦੀ ਹੈ ਤੇ ਫਿਰ ਤੁਹਾਨੂੰ ਜ਼ਰੂਰ ਯਾਦ ਆਉਂਦਾ ਹੋਣਾ ਕਿ ਇਹ ਜਿਹੜੀ ਵਰਦੀ ਆ ਇਹ ਮੈਂ ਪਾਈ ਕਿਉਂ ਆ? ਕਿ ਲੋਕਾਂ ਦੀ ਸੇਵਾ ਲਈ ਜਾਂ ਇਸ ਤਰ੍ਹਾਂ ਦੀ ਪ੍ਰਾਪਰਟੀ ਬਣਾਉਣ ਲਈ? ਇੰਟਰਨੈਸ਼ਨਲ ਓਲੰਪਿਕ ਕਮੇਟੀ, ਇਹਨੂੰ IOC ਵੀ ਕਹਿ ਦਿੰਦੇ ਆ। ਇਸ ਤੋਂ ਇਲਾਵਾ ਯੂਨਾਈਟਿਡ ਵਰਲਡ ਰੈਸਲਿੰਗ, ਇਹ ਵੀ ਇੱਕ ਬਾਡੀ ਆ, ਇਹ ਵੀ ਇੰਟਰਨੈਸ਼ਨਲ ਆ। ਔਰ ਇਹ ਗਵਰਨਿੰਗ ਬਾਡੀਜ਼ ਹੁੰਦੀਆਂ ਪੂਰੀ ਦੁਨੀਆ ਦੇ ਵੱਖਰੇ ਵੱਖਰੇ ਹਿੱਸਿਆਂ ਦੇ ਵਿੱਚ, ਵੱਖਰੇ ਵੱਖਰੇ ਮੁਲਕਾਂ ਦੇ ਵਿੱਚ। ਉੱਥੋਂ ਦੀਆਂ ਸਪੋਰਟਸ ਬਾਡੀਜ਼ ਕਿਸ ਤਰ੍ਹਾਂ ਚੱਲ ਰਹੀਆਂ ਉਸ ਉੱਤੇ ਇਹਨਾਂ ਦੀ ਨਜ਼ਰ ਹੁੰਦੀ ਹੈ। ਉਹਨਾਂ ਦੀ ਇਲੈਕਸ਼ਨ ਕਿਸ ਤਰ੍ਹਾਂ ਹੁੰਦੀ ਹੈ, ਐਡਮਿਨਿਸਟ੍ਰੇਸ਼ਨ ਕਿਸ ਤਰ੍ਹਾਂ ਹੁੰਦੀ ਹੈ। ਇਹਨਾਂ ਨੇ ਹੁਣ ਇਹ ਕਿਹਾ ਕਿ ਜੋ ਭਾਰਤ ਦੇ ਰੈਸਲਰਸ ਨਾਲ, ਜੋ ਕੁੜੀਆਂ ਨਾਲ, ਪਹਿਲਵਾਨਾਂ ਦੇ ਨਾਲ
ਜਿਹੜੀਆਂ ਦਿੱਲੀ ਪੁਲਿਸ ਨੇ ਮਿਸਟ੍ਰੀਟਮੈਂਟ ਕੀਤਾ, ਉਹਨਾਂ ਦੇ ਨਾਲ ਜ਼ਿਆਦਤੀ ਕੀਤੀ, ਉਹਨਾਂ ਨੂੰ ਘੜੀਸ ਕੇ, ਧੱਕ ਕੇ, ਪੁਸ਼ ਕਰਕੇ ਬੱਸਾਂ ਦੇ ਵਿੱਚ ਸਿੱਟਿਆ, ਇਹ ਕਹਿੰਦੇ ਅਨਐਕਸੈਪਟੇਬਲ ਆ। ਔਰ ਦੂਸਰੀ ਗੱਲ, ਉਹ ਕਹਿੰਦੇ ਇਸ ਦੀ ਜਾਂਚ ਭਾਰਤੀ ਕਾਨੂੰਨ ਦੇ ਹਿਸਾਬ ਦੇ ਨਾਲ ਜਲਦੀ ਕਰਾਓ ਤੇ ਸਾਨੂੰ ਦੱਸੋ ਕਿ ਕੀ ਉਹਨਾਂ ਨੂੰ ਇਨਸਾਫ ਮਿਲਿਆ ਜਾਂ ਨਹੀਂ ਮਿਲਿਆ। ਕਿਉਂਕਿ ਬੀਜੇਪੀ, ਭਾਰਤੀ ਜਨਤਾ ਪਾਰਟੀ ਦੇ ਮੈਂਬਰ ਪਾਰਲੀਮੈਂਟ ਜਿਹੜੇ ਇਸ ਟਾਈਮ ਵੀ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਹਜੇ ਵੀ ਮੁਖੀ ਨੇ, ਪਿਛਲੇ ਦਿਨਾਂ 'ਚ ਲੱਗਾ ਸੀ ਕਿ ਸ਼ਾਇਦ ਟੈਕਨੀਕਲੀ ਉਹ ਲੈ ਚੁੱਕੇ ਨੇ, ਬ੍ਰਿਜ ਭੂਸ਼ਣ ਸ਼ਰਨ ਸਿੰਘ, ਇਹਨਾਂ ਦੀ ਇਨਵੈਸਟੀਗੇਸ਼ਨ ਸਹੀ ਢੰਗ ਨਾਲ ਨਹੀਂ ਹੋ ਰਹੀ। ਕਹਿੰਦੇ ਇਸ ਤਰ੍ਹਾਂ ਦਾ ਮੈਸੇਜ ਆ ਰਿਹਾ। ਹਾਲਾਂਕਿ FIRs ਮਾਮਲੇ ਦਰਜ ਹੋਏ ਨੇ, ਪਰ ਹਜੇ ਤੱਕ ਇਹਨਾਂ ਨੂੰ ਕੇਵਲ ਇੱਕ ਵਾਰੀ, ਉਹ ਵੀ ਇਸ ਤਰ੍ਹਾਂ ਲੱਗਦਾ ਜਿਵੇਂ ਫਾਰਮੈਲਿਟੀ ਪੂਰੀ ਕੀਤੀ ਗਈ ਹੋਵੇ, ਇਹਨਾਂ ਨੂੰ FIR ਕਰਨ ਲਈ ਬੁਲਾਇਆ। ਸੋ ਇਸ ਕਰਕੇ ਉਹਨਾਂ ਨੇ ਕਿਹਾ, ਉਹਨਾਂ ਦੀਆਂ ਸਟੇਟਮੈਂਟਸ ਨੇ, ਔਰ ਇਹਨਾਂ ਦੇ ਜਿਹੜੇ ਹੈੱਡਕੁਆਟਰਸ ਨੇ ਉਹ ਸਵਿਟਜ਼ਰਲੈਂਡ ਦੇ ਵਿੱਚ ਨੇ। ਮਾਮਲਾ ਤਾਂ ਪਹਿਲਾਂ ਹੀ ਇੰਟਰਨੈਸ਼ਨਲ ਹੋ ਗਿਆ। ਜਦੋਂ ਤੁਸੀਂ ਇੰਟਰਨੈਸ਼ਨਲ ਖਿਡਾਰੀਆਂ ਨੂੰ ਇਨਸਾਫ ਨਹੀਂ ਦਿਓਗੇ, ਸਰਕਾਰਾਂ ਚੁੱਪ ਹੋ ਜਾਣਗੀਆਂ, ਤੁਹਾਡੀ ਆਵਾਜ਼ ਬੰਦ ਹੋ ਜੂਗੀ। ਮੰਤਰੀ ਜੇ ਜਾਣਗੇ, ਕੁਝ ਪੱਤਰਕਾਰ ਉਹਨਾਂ ਤੋਂ ਪੁੱਛਣ ਕਿ ਇਹਨਾਂ ਨੂੰ ਇਨਸਾਫ ਨਹੀਂ ਮਿਲ ਰਿਹਾ, ਉਹ ਭੱਜਣਾ ਸ਼ੁਰੂ ਕਰ ਦੇਣਗੇ, ਤੇ ਫਿਰ ਤੁਸੀਂ ਆਪ ਅੰਦਾਜ਼ਾ ਲਾਓ। ਜਦੋਂ ਇਹ ਮਾਮਲੇ ਇੰਟਰਨੈਸ਼ਨਲ ਹੋ ਜਾਂਦੇ ਨੇ ਤੇ ਫਿਰ ਬੀਜੇਪੀ ਜਾਂ ਇਹਨਾਂ ਦੇ ਮੰਤਰੀ ਕਹਿੰਦੇ ਨੇ, ਦੇਖੋ ਜੀ ਸਾਡੀ ਅੰਤਰਰਾਸ਼ਟਰੀ ਲੈਵਲ ਤੇ ਇੱਕ ਤਰ੍ਹਾਂ ਦੀ ਐਮਬੈਰਸਮੈਂਟ ਹੋ ਗਈ, ਸਾਡੀ ਹਿਊਮਿਲੇਸ਼ਨ ਹੋ ਗਈ। ਹਿਊਮਿਲੇਸ਼ਨ ਤਾਂ ਹੋਊਗੀ ਜਦੋਂ ਤੁਸੀਂ ਕਿਸੇ ਤਰ੍ਹਾਂ ਦਾ ਕੋਈ ਫੈਸਲਾ ਨਹੀਂ ਲੈਂਦੇ। ਹੁਣ ਤੁਸੀਂ ਦੇਖੋ, ਮੈਂ ਅੱਗੇ ਤੁਹਾਨੂੰ ਐਗਜ਼ਾਮਪਲਾਂ ਦਊਂਗਾ ਜਿਸ ਤਰ੍ਹਾਂ ਮੈਂ ਦਿੱਤੀਆਂ ਸੀ, ਕਿ ਕੱਲੇ ਇੱਥੋਂ ਦੀਆਂ ਖਿਲਾੜਨਾਂ ਨਹੀਂ, ਕੱਲੀ ਇਹ ਨਹੀਂ ਹੈ ਕਿ ਵਿਨੇਸ਼ ਫੋਗਾਟ ਆ ਜਾਂ ਸਾਕਸ਼ੀ ਮਲਿਕ ਆ ਜਾਂ ਬਜਰੰਗ ਪੁਨੀਆ ਜਾਂ ਉਹਨਾਂ ਦੇ ਨਾਲ ਹੋਰ ਪਹਿਲਵਾਨ ਨੇ, ਕੇਵਲ ਉਹਨਾਂ ਨੇ ਫੈਸਲਾ ਲਿਆ ਹੋਵੇ ਕਿ ਅਸੀਂ ਆਪਣੇ ਮੈਡਲ ਗੰਗਾ ਦੇ ਵਿੱਚ ਸੁੱਟ ਦੇਣੇ ਨੇ। ਔਰ ਇਹ ਤਾਂ ਤੁਸੀਂ ਸ਼ੁਕਰ ਕਰੋ ਕਿ ਐਨ ਮੌਕੇ ਤੇ ਰਕੇਸ਼ ਟਕੈਤ ਦੇ ਭਰਾ ਨਰੇਸ਼ ਟਕੈਤ ਪਹੁੰਚ ਗਏ। ਉਹਨਾਂ ਨੇ ਇਹ ਮੈਡਲਸ ਲੈ ਲਏ, ਲੈ ਕੇ ਆਪਣੇ ਕੋਲੇ ਰੱਖ ਲਏ, ਕਿਉਂਕਿ ਉਹਨਾਂ ਨੂੰ ਲੱਗਾ ਕਿ ਇਹ ਬਹੁਤ ਜ਼ਿਆਦਾ ਐਕਸਟ੍ਰੀਮ ਹੋ ਜਾਊਗਾ, ਬਹੁਤ ਜ਼ਿਆਦਾ ਹੋ ਜਾਏਗਾ, ਜ਼ਿਆਦਤੀ ਹੋ ਜਾਏਗੀ। ਸਰਕਾਰ ਦਾ ਨਹੀਂ ਕੋਈ ਨੁਮਾਇੰਦਾ ਆਇਆ ਅੱਗੇ ਵੱਧ ਕੇ ਕਿਸੇ ਨੇ ਕਿਹਾ ਵੀ ਹੋਏ ਕਿ ਤੁਸੀਂ ਨਾ ਕਰੋ, ਇਹ ਘੱਟੋ ਘੱਟ ਦੇਸ਼ ਦੀ ਸ਼ਾਨ ਆ, ਔਰ ਜਿੰਨੀ ਮਿਹਨਤ ਨਾਲ ਤੁਸੀਂ ਇਹ ਮੈਡਲਸ ਲੈ ਕੇ ਆਏ ਹੋ, ਇਹ ਕੋਈ ਸੌਖਾ ਨਹੀਂ ਆ। ਖੂਨ ਪਸੀਨਾ ਆਪਣੇ ਪਰਿਵਾਰਾਂ ਨੂੰ ਛੱਡ ਕੇ ਤੁਸੀਂ ਕਿੰਨੀਆਂ ਮਿਹਨਤਾਂ ਕੀਤੀਆਂ ਨੇ, ਕਿਸੇ ਨੇ ਨਹੀਂ ਆ ਕੇ ਕਿਹਾ। ਔਰ ਆਏ ਕੌਣ ਨੇ ਅੱਗੇ? ਕਿਸਾਨ। ਕਿਸਾਨਾਂ ਨੇ ਆ ਕੇ ਇਹ ਮੈਡਲ ਲਏ ਤੇ ਉਹਨਾਂ ਨੇ ਹੁਣ ਸਰਕਾਰ ਨੂੰ, ਭਾਰਤੀ ਸਰਕਾਰ ਨੂੰ, ਯੂਨੀਅਨ ਗਵਰਨਮੈਂਟ ਨੂੰ, ਸੈਂਟਰ ਗਵਰਨਮੈਂਟ ਨੂੰ 5 ਦਿਨਾਂ ਦੀ ਮੋਹਲਤ ਦਿੱਤੀ ਹੈ ਜਾਂ 5 ਦਿਨਾਂ ਦਾ ਸਮਾਂ ਦਿੱਤਾ ਕਿ ਕਾਰਵਾਈ ਕਰੋ ਬ੍ਰਿਜ ਭੂਸ਼ਣ ਸ਼ਰਨ ਸਿੰਘ ਤੇ, ਨਹੀਂ ਤਾਂ ਫਿਰ ਅਸੀਂ ਅਗਲੀ ਕਾਰਵਾਈ ਅਸੀਂ ਕਰਾਂਗੇ। ਪਰ ਮੈਂ ਤੁਹਾਨੂੰ ਦੱਸਣਾ ਕਿ ਇਹ ਜਿਹੜੇ ਇਸ ਤਰ੍ਹਾਂ ਦੇ ਪ੍ਰੋਟੈਸਟ ਨੇ, ਇਹ ਕੋਈ ਪਹਿਲੇ ਨਹੀਂ ਹੈ, ਇਹ ਪਹਿਲੀਆਂ ਕੁੜੀਆਂ ਨਹੀਂ ਜਿਨ੍ਹਾਂ ਨੇ ਆਪਣੇ ਮੈਡਲਸ ਉਹ ਗੰਗਾ ਜਾਂ ਉਸ ਦਰਿਆ ਦੇ ਵਿੱਚ ਸੁੱਟਣ ਦੀ ਗੱਲ ਕਹੀ ਆ। ਮੈਨੂੰ ਯਾਦ ਹੈ, ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਰਿਹਾ ਸੀ, ਕੈਸੀਅਸ ਕਲੇ ਮੁਹੰਮਦ ਅਲੀ, ਇਹ ਕੈਂਟਕੀ, ਇਹ ਇੱਕ ਪ੍ਰੋਵਿੰਸ ਹੈ, ਇੱਕ ਸਟੇਟ ਆ US ਦੀ, ਉੱਥੋਂ ਦਾ ਇੱਕ ਸ਼ਹਿਰ ਆ ਲੂਈਵਿਲ ਦੇ ਵਿੱਚ ਇਹ ਰਹਿੰਦੇ ਸੀ। ਪਰ 12 ਕੁ ਸਾਲ ਦੀ ਉਮਰ ਦੇ ਵਿੱਚ ਸ਼ੌਕ ਸੀ ਇਹਨਾਂ ਨੂੰ ਕਿ ਮੈਂ ਬਾਕਸਿੰਗ ਕਰਾਂ। ਬਾਅਦ ਦੇ ਵਿੱਚ ਇਸੇ ਕਰਕੇ ਤਾਂ ਵਰਲਡ ਫੇਮਸ ਇਹ ਹੈਵੀ ਵੇਟ ਚੈਂਪੀਅਨ ਬਣੇ ਨੇ। ਇਹਨਾਂ ਨੇ ਜਦੋਂ ਆਪਣਾ ਇੰਟਰਸਟ ਦਿਖਾਇਆ ਤੇ 6 ਸਾਲਾਂ ਬਾਅਦ ਹੀ, ਯਾਨੀ ਕਿ 18 ਸਾਲਾਂ ਦੀ ਉਮਰ ਦੇ ਵਿੱਚ ਰੋਮ, ਇਟਲੀ ਦੇ ਵਿੱਚ ਗੋਲਡ ਮੈਡਲ ਜਿੱਤ ਲਿਆ ਬਾਕਸਿੰਗ ਦੇ ਵਿੱਚ। ਤੁਸੀਂ ਇਸ ਚੀਜ਼ ਦਾ ਅੰਦਾਜ਼ਾ ਕਰੋ। ਪਰ ਜਦੋਂ ਇਹ ਘਰੇ ਆਉਂਦੇ ਨੇ, ਆਪਣੇ ਵਾਪਸ ਸ਼ਹਿਰ ਪਰਤਦੇ ਨੇ, ਉੱਥੇ ਆ ਕੇ ਇਹ ਰੈਸਟੋਰੈਂਟ ਦੇ ਵਿੱਚ ਖਾਣਾ ਖਾਣ ਜਾਂਦੇ ਨੇ। ਉੱਥੇ ਆ ਕੇ ਇਹਨਾਂ ਨੂੰ ਇਸ ਕਰਕੇ ਲੰਚ ਨਹੀਂ ਕਰਨ ਦਿੱਤਾ ਜਾਂਦਾ ਕਿਉਂਕਿ ਇਹ ਕਾਲੇ ਸੀ, ਇਹਨਾਂ ਦੇ ਨਾਲ ਵਿਤਕਰਾ ਹੁੰਦਾ, ਡਿਸਕ੍ਰਿਮੀਨੇਸ਼ਨ ਹੁੰਦੀ ਆ। ਔਰ ਇਸ ਮੁਹੰਮਦ ਅਲੀ ਨੂੰ, ਬਾਕਸਰ ਨੂੰ, ਮੁਹੰਮਦ ਅਲੀ ਖੈਰ ਬਾਅਦ ਚ ਬਣਦੇ ਨੇ, ਕੈਸੀਅਸ ਕਲੇ ਨੂੰ, ਇਹ 18 ਸਾਲਾਂ ਦੇ ਮੁੰਡੇ ਨੂੰ ਇੰਨਾ ਕੁ ਗੁੱਸਾ ਆਉਂਦਾ ਕਿ ਨਾਲ ਹੀ ਓਹਾਇਓ ਦਾ ਦਰਿਆ ਸੀ, ਓਹਾਇਓ ਨਾਲ ਹੈ, ਇੱਕ ਹੋਰ ਸਟੇਟ ਆ, ਉੱਥੇ ਜਾ ਕੇ ਇਹ ਮੈਡਲ ਵਗਾ ਕੇ ਮਾਰਦਾ ਔਰ ਆਪਣਾ ਮੈਡਲ ਸਿੱਟ ਦਿੰਦਾ। ਬਾਅਦ ਦੇ ਵਿੱਚ ਜਦੋਂ ਲਗਭਗ 1996 ਦੇ ਵਿੱਚ ਦੁਬਾਰਾ ਅਟਲਾਂਟਾ ਦੇ ਵਿੱਚ ਓਲੰਪਿਕਸ ਹੁੰਦੀਆਂ ਨੇ ਤੇ ਫਿਰ ਇੱਕ ਰੈਪਲੀਕਾ, ਯਾਨੀ ਕਿ ਦੁਬਾਰਾ ਮੈਡਲ ਦਿੱਤਾ ਜਾਂਦਾ। ਪ੍ਰੋਟੈਸਟ ਸੀ। ਔਰ ਇਸ ਵਿਅਕਤੀ ਨੇ ਇੱਕ ਵਾਰੀ ਪਹਿਲਾਂ ਵੀ ਪ੍ਰੋਟੈਸਟ ਕੀਤਾ ਸੀ। ਵੀਅਤਨਾਮ ਦੇ ਵਿੱਚ ਫੌਜੀਆਂ ਨੂੰ ਭੇਜਿਆ ਜਾਂਦਾ ਸੀ, ਉਹਨਾਂ ਨੂੰ ਕੰਪਲਸਰੀ ਕਿਹਾ ਜਾਂਦਾ ਸੀ ਕਿ ਤੁਸੀਂ ਜਾਓ, ਤੇ ਇਸ ਦਾ ਵੀ ਨੰਬਰ ਆ ਗਿਆ। ਇਹਨੇ ਨਾ ਕਰਤੀ, ਕਹਿੰਦੇ ਇੱਕ ਪਾਸੇ ਤਾਂ ਤੁਸੀਂ ਸਾਨੂੰ ਜੀਣ ਨਹੀਂ ਦਿੰਦੇ, ਸਾਡੇ ਨਾਲ ਡਿਸਕ੍ਰਿਮੀਨੇਸ਼ਨ ਕਰਦੇ ਹੋ, ਤੇ ਦੂਸਰੇ ਪਾਸੇ ਸਾਨੂੰ ਵੀਅਤਨਾਮ ਦੇ ਵਿੱਚ ਭੇਜ ਰਹੇ ਹੋ ਤਾਂ ਕਿ ਅਸੀਂ ਉਹਨਾਂ ਅਣਜਾਣ ਲੋਕਾਂ ਤੇ ਗੋਲੀਆਂ ਚਲਾਈਏ, ਬੰਬ ਸੁੱਟੀਏ। ਮਨਾ ਕਰਤਾ। 3 ਸਾਲਾਂ ਦਾ ਬੈਨ ਲਾਤਾ ਸੀ। ਇਸ ਤਰ੍ਹਾਂ ਦੇ ਵੀ ਪਲੇਅਰ ਆ। ਤੇ ਹੁਣ ਮੈਂ ਤੁਹਾਨੂੰ ਤਾਜ਼ਾ ਤਰੀਨ ਐਗਜ਼ਾਮਪਲ ਵੀ ਦੇ ਦਿੰਦਾ। ਸਨ 2022 ਦੇ ਵਿੱਚ ਜਦੋਂ ਕਤਰ ਦੇ ਵਿੱਚ ਵਰਲਡ ਕੱਪ ਹੋ ਰਿਹਾ ਸੀ, ਫੀਫਾ ਦਾ, ਫੁੱਟਬਾਲ ਦਾ,
ਉੱਥੇ ईरान ਦੀ ਟੀਮ ਨੇ ਆਪਣੇ ਹੀ ਸਰਕਾਰ ਦੇ ਖਿਲਾਫ ਪ੍ਰੋਟੈਸਟ ਕਰਨ ਲਈ ਗਰਾਊਂਡ ਦੇ ਵਿੱਚ, ਜਦੋਂ ਸ਼ੁਰੂ ਦੇ ਵਿੱਚ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਨੈਸ਼ਨਲ ਐਂਥਮ ਚੱਲਦਾ ਦੋਨਾਂ ਟੀਮਾਂ ਦਾ, ਉਹਨਾਂ ਦਾ ਜਦੋਂ ਨੈਸ਼ਨਲ ਐਂਥਮ ਵੱਜਿਆ, ਯਾਨੀ ਕਿ ਉਹਨਾਂ ਦਾ ਰਾਸ਼ਟਰੀ ਗਾਨ ਚੱਲਿਆ, ਤੇ ਉਹਨਾਂ ਨੇ ਗਾਣ ਤੋਂ ਨਾ ਕਰਤਾ ਸੀ, ਚੁੱਪ ਹੀ ਕਰ ਗਏ ਸੀ। ਬੜਾ ਵੱਡਾ ਪ੍ਰੋਟੈਸਟ ਸੀ ਕਿ ईरान ਦੀ ਸਰਕਾਰ ਦੇ ਖਿਲਾਫ ਇਸ ਤਰ੍ਹਾਂ ਪ੍ਰੋਟੈਸਟ ਕਰ ਰਹੇ ਨੇ। 2 ਦਿਨਾਂ ਬਾਅਦ, ਇਹ ਨਵੰਬਰ ਦੇ ਵਿੱਚ ਹੋਇਆ ਸੀ, 21 ਨਵੰਬਰ ਸਨ 2022 ਨੂੰ, 2 ਦਿਨਾਂ ਬਾਅਦ ਜਰਮਨੀ ਦੀ ਟੀਮ ਨੇ ਵੀ ਖੇਲਣਾ ਸੀ ਤੇ ਉਹਨਾਂ ਨੂੰ ਟੀ-ਸ਼ਰਟਸ ਨਹੀਂ ਸੀ ਪਾਉਣ ਦੇ ਰਹੇ। LGBTQ ਉਸ ਕਮਿਊਨਿਟੀ ਦੀ ਉਹ ਸਪੋਰਟ ਕਰ ਰਹੇ ਸੀ ਤੇ ਉਹ ਚਾਹੁੰਦੇ ਸੀ ਕਿ ਅਸੀਂ ਆਰਮ ਬੈਂਡ ਪਾਈਏ ਵਨ ਲਵ ਦਾ। ਟੀ-ਸ਼ਰਟ ਤੇ ਆਰਮ ਬੈਂਡ ਜਦੋਂ ਨਹੀਂ ਪਾਉਣ ਦਿੱਤੀਆਂ ਤੇ ਜਦੋਂ ਉਹਨਾਂ ਨੇ ਫੋਟੋ ਖਿਚਾਈ ਤੇ ਉਹਨਾਂ ਨੇ ਆਪਣੇ ਮੂੰਹ ਤੇ ਹੱਥ ਰੱਖ ਲਏ। ਇਸ ਤਰ੍ਹਾਂ ਪ੍ਰੋਟੈਸਟ ਕੀਤਾ ਸੀ। ਤੇ ਹੁਣ ਵੀ ਮੈਂ ਤੁਹਾਨੂੰ ਦੱਸਦਾ, ਵਾਪਸ ਭਾਰਤ ਆਉਂਦੇ ਆ, ਮਨੀਪੁਰ ਤੋਂ 13 ਸਪੋਰਟਸ ਦੀਆਂ ਕੁੜੀਆਂ ਨੇ, ਫਿਰ ਇੱਥੇ ਕੁੜੀਆਂ ਨੇ 13 ਸਪੋਰਟਸ ਦੀਆਂ ਜਿਨ੍ਹਾਂ ਨੇ 올림픽ਸ ਦੇ ਵਿੱਚ ਮੈਡਲ ਜਿੱਤੇ ਹੋਏ ਆ, ਕਾਮਨਵੈਲਥ, ਏਸ਼ੀਅਨ ਗੇਮਸ, ਉਹਨਾਂ ਨੇ ਕੱਲ੍ਹ ਹੀ ਅਮਿਤ ਸ਼ਾਹ ਨੂੰ, ਭਾਰਤ ਦੇ ਗ੍ਰਹਿ ਮੰਤਰੀ ਨੂੰ ਮੈਮੋਰੈਂਡਮ ਦਿੱਤਾ। ਔਰ ਮੈਮੋਰੈਂਡਮ ਕਿਹਦੇ ਨਾਂ ਤੇ ਆ? ਭਾਰਤ ਦੇ ਪ੍ਰਧਾਨ ਮੰਤਰੀ ਦੇ। ਉਹਨਾਂ ਨੇ ਮੈਮੋਰੈਂਡਮ ਦਿੱਤਾ ਕਿ ਜਿਹੜੀ ਮਨੀਪੁਰ ਦੇ ਵਿੱਚ ਵਾਇਲੈਂਸ ਹੋ ਰਹੀ ਹੈ, ਹਿੰਸਾ ਹੋ ਰਹੀਆਂ, ਮੌਤਾਂ ਹੋ ਰਹੀਆਂ, ਜੇ ਤੁਸੀਂ ਇਸ ਨੂੰ ਰੋਕਣ ਦੇ ਵਿੱਚ ਨਾਕਾਮਯਾਬ ਰਹੇ ਤਾਂ ਅਸੀਂ ਆਪਣੇ ਇਹ ਮੈਡਲਸ ਵਾਪਸ ਕਰ ਦਾਂਗੇ। ਇਹ ਸਪੋਰਟਸ ਵਾਲੇ ਬੰਦਿਆਂ ਦੇ ਵਿੱਚ ਜੋ ਜਜ਼ਬਾ ਹੁੰਦਾ, ਇੱਕ ਲੜਨ ਦਾ, ਹਿੰਮਤ ਹੁੰਦੀ ਆ ਕਿ ਨਾ ਇਨਸਾਫੀ ਦੇ ਖਿਲਾਫ ਖੜੇ ਹੋਣ ਦਾ, ਇਹ ਆਪਣੇ ਆਪ ਦੇ ਵਿੱਚ ਇਹਦੀਆਂ ਬਹੁਤ ਮਿਸਾਲਾਂ ਨੇ। ਮੈਂ ਤੁਹਾਨੂੰ ਇਸ ਦੀਆਂ ਬਹੁਤ ਸਾਰੀਆਂ ਐਗਜ਼ਾਮਪਲਸ ਦੇ ਸਕਦਾ, ਪਰ ਦੇਖੋ ਮੈਂ ਇਸੇ ਕਰਕੇ ਤੁਹਾਨੂੰ ਦੱਸ ਰਿਹਾ, ਇਹ ਕੋਈ ਇਕੱਲੀ ਐਗਜ਼ਾਮਪਲ ਨਹੀਂ ਆ। ਇਹਦੇ ਨਾਲ ਹੁਣ ਜਿਸ ਤਰ੍ਹਾਂ ਹੌਲੀ ਹੌਲੀ ਇਹ ਮਾਮਲਾ ਅੱਗੇ ਵਧ ਰਿਹਾ, ਮੈਨੂੰ ਲੱਗਦਾ ਨਹੀਂ, ਔਰ ਤੁਹਾਨੂੰ ਸੋਚ ਕੇ ਹੈਰਾਨੀ ਨਹੀਂ ਹੁੰਦੀ ਕਿ ਇੱਕ ਲੋਕਤੰਤਰ ਆ, ਭਾਰਤ ਦੇ ਪ੍ਰਧਾਨ ਮੰਤਰੀ ਜਦੋਂ ਗੱਲਾਂ ਕਰਦੇ ਨੇ ਇੱਕ ਬੇਟੀ ਬਚਾਓ, ਬੇਟੀ ਪੜ੍ਹਾਓ, ਭਾਰਤੀ ਜਨਤਾ ਪਾਰਟੀ, ਇਹ ਕੇਵਲ ਇਹਨਾਂ ਦੇ ਖੋਖਲੇ ਨਾਅਰੇ ਬਣ ਕੇ ਰਹਿ ਗਏ ਆ। ਇੱਕ ਉਸ ਵਿਅਕਤੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜਿਸ ਤੇ 38 ਮਾਮਲੇ ਦਰਜ ਨੇ। ਇਹ ਤਾਂ ਮਾਮਲਾ ਹੁਣ ਦਰਜ ਹੋਇਆ, ਇਸ ਤੋਂ ਪਹਿਲਾਂ ਇੱਕ ਵਿਅਕਤੀ ਹਿਸਟਰੀ ਸ਼ੀਟਰ ਆ, ਤੁਸੀਂ ਉਸ ਵਿਅਕਤੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਤੇ ਜਿਹੜੀਆਂ ਕੁੜੀਆਂ ਨੇ ਮਾਰ ਕੇ ਮਾਰੇ ਨੇ, ਉਹਨਾਂ ਨੂੰ ਤੁਸੀਂ ਇਸ ਤਰ੍ਹਾਂ ਹਿਮਿਲੇਟ ਕਰ ਰਹੇ ਹੋ, ਸ਼ਰਮਸਾਰ ਕਰ ਰਹੇ ਹੋ, ਉਹਨਾਂ ਦੇ ਪਰਿਵਾਰਾਂ ਨੂੰ, ਉਹਨਾਂ ਦੇ ਸਮਰਥਕਾਂ ਨੂੰ। ਸਾਡੇ ਜਿਹੜੀਆਂ ਇੱਥੋਂ ਦੀਆਂ ਸਪੋਰਟਸ ਪਰਸਨੈਲਿਟੀਜ਼ ਨੇ ਜਾਂ ਸੈਲੀਬ੍ਰਿਟੀਜ਼ ਨੇ, ਇਹਨਾਂ ਦੇ ਵੀ ਬੜੇ ਡਬਲ ਸਟੈਂਡਰਡਸ ਨੇ। ਸਨ 2020 ਦੇ ਵਿੱਚ ਮੈਨੂੰ ਲੱਗਦਾ ਨਹੀਂ ਵੀ ਕੋਈ ਵੀ ਇਸ ਤਰ੍ਹਾਂ ਦੀ ਸਪੋਰਟਸ ਦੀ ਪਰਸਨੈਲਿਟੀ ਹੋਊਗੀ, ਇਸ ਤਰ੍ਹਾਂ ਦਾ ਕੋਈ ਸਟਾਰ ਹੋਊਗਾ, ਕੋਈ ਖਿਡਾਰੀ ਹੋਊਗਾ ਜਿਸ ਨੇ ਜਾਰਜ ਫਲੋਇਡ, ਜਿਹੜਾ ਸਨ 2020 ਦੇ ਵਿੱਚ ਪੁਲਿਸ ਦੀ ਮਾਰ ਤੋਂ ਬਾਅਦ ਜਿਹਦੀ ਮੌਤ ਹੋ ਗਈ ਸੀ ਅਮਰੀਕਾ ਦੇ ਵਿੱਚ, US ਦੇ ਵਿੱਚ, ਉਦੋਂ ਸਾਰੇ ਉਹਨਾਂ ਨੇ ਆਪਣੇ ਟਵਿੱਟਰ ਹੈਂਡਲ, ਆਪਣੇ ਇੰਸਟਾਗ੍ਰਾਮਸ, ਆਪਣੇ ਫੇਸਬੁੱਕ, ਬਲੈਕ ਲਾਈਵਸ ਮੈਟਰ, ਬੜੀਆਂ ਬਲੈਕ ਲਾਈਵ ਤੁਹਾਨੂੰ ਮੈਟਰ ਕਰਦੀਆਂ। ਖਾਸ ਤੌਰ ਤੇ ਮੈਨੂੰ ਹਾਰਦਿਕ ਪਾਂਡਿਆ, ਉਹ ਕ੍ਰਿਕਟਰ ਜਿਹੜਾ ਇਸ ਟਾਈਮ ਗੁਜਰਾਤ ਟੀਮ ਦਾ ਕੈਪਟਨ ਵੀ ਆ, ਇੰਡੀਆ ਟੀਮ ਦਾ ਵੀ ਉਹ ਮੈਂਬਰ ਆ, ਉਸ ਨੇ ਤਾਂ ਬਲਕਿ ਆਪਣੇ ਗੋਡੇ ਤੇ ਆ ਕੇ ਉਦੋਂ ਕਿਹਾ ਸੀ ਬਲੈਕ ਲਾਈਵਸ ਮੈਟਰ, ਜਾਰਜ ਫਲੋਇਡ ਦੀ ਬਿਲਕੁਲ ਕਰੋ, ਉਹਨਾਂ ਦਾ ਵੀ ਕਰੋ। ਤੇ ਕੀ ਤੁਹਾਡੀਆਂ ਆਪਣੀਆਂ ਇੱਥੋਂ ਦੀਆਂ ਹਿੰਦੁਸਤਾਨ ਦੀਆਂ ਭਾਰਤੀ ਲੜਕੀਆਂ ਦੀਆਂ, ਇਹਨਾਂ ਦੀਆਂ ਲਾਈਵਸ ਤੁਹਾਡੇ ਲਈ ਮੈਟਰ ਨਹੀਂ ਕਰਦੀਆਂ? ਇਹ ਜਦੋਂ ਡਬਲ ਸਟੈਂਡਰਡਸ ਆਉਂਦੇ ਨੇ, ਜਦੋਂ ਬਾਹਰ ਕੋਈ ਇਨਸੀਡੈਂਟ ਹੋਵੇ, ਕਿਉਂਕਿ ਤੁਸੀਂ ਬੜਾ ਸੇਫ ਖੇਡਦੇ ਹੋ, ਬੜਾ ਸੁਰੱਖਿਅਤ ਖੇਡਦੇ ਹੋ, ਜਿੰਨਾ ਮਰਜ਼ੀ ਕਹਿ ਲਓ, ਪਤਾ ਤੁਹਾਡੀ ਆਵਾਜ਼ ਕਿੱਥੋਂ ਤੱਕ ਜਾਣੀ ਹੈ, ਭਾਰਤ ਤੱਕ ਹੀ ਰਹਿ ਜਾਊ ਜਾਂ ਥੋੜ੍ਹੀ ਜਿਹੀ ਬਾਹਰ ਚਲੀ ਜਾਊ। ਪਰ ਜਦੋਂ ਇੱਥੇ ਕੁੜੀਆਂ ਨਾਲ ਇਸ ਤਰ੍ਹਾਂ ਹੋ ਰਿਹਾ, ਉਦੋਂ ਨਹੀਂ ਤੁਹਾਡੀਆਂ ਆਵਾਜ਼ਾਂ ਨਿਕਲਦੀਆਂ। ਪੰਜਾਬ ਸਰਕਾਰ ਨੇ ਅੱਜ ਐਕਸਪੈਂਸ਼ਨ ਕੀਤਾ ਆਪਣੀ ਕੈਬਨਿਟ ਦਾ, ਯਾਨੀ ਕਿ ਕਾਊਂਸਲ ਆਫ ਮਿਨਿਸਟਰਸ, ਜਿਹੜੇ ਸਾਡੇ ਕੈਬਨਿਟ ਰੈਂਕ ਦੇ ਮੰਤਰੀ ਆ, ਹੋਰ ਸ਼ਾਮਿਲ ਕੀਤੇ ਗਏ ਨੇ। ਇਹਨਾਂ ਚੋਂ ਇੱਕ ਨਾਮ ਹੈ ਗੁਰਮੀਤ ਸਿੰਘ ਖੁੱਡੀਆਂ ਦਾ। ਇਹ ਲੰਬੀ ਹਲਕੇ ਤੋਂ MLA ਨੇ, ਪਹਿਲੀ ਵਾਰੀ MLA ਬਣੇ ਨੇ। ਤੇ ਨਾਲ ਨੇ ਬਲਕਾਰ ਸਿੰਘ, ਇਹ ਵੀ ਪਹਿਲੀ ਵਾਰੀ MLA ਬਣੇ ਨੇ ਤੇ ਕਰਤਾਰਪੁਰ ਤੋਂ ਆਉਂਦੇ ਨੇ, ਜਲੰਧਰ ਹਲਕੇ ਦੇ ਵਿੱਚ ਪੈ ਜਾਂਦਾ। ਗੁਰਮੀਤ ਸਿੰਘ ਖੁੱਡੀਆਂ ਨੂੰ ਜਾਇੰਟ ਕਿਲਰ ਵੀ ਕਿਹਾ ਜਾਂਦਾ, ਕਿਉਂਕਿ ਇਹਨਾਂ ਨੇ ਮਰਹੂਮ ਪ੍ਰਕਾਸ਼ ਸਿੰਘ ਬਾਦਲ, ਜਿਹੜੇ ਹੁਣ ਇਸ ਦੁਨੀਆ ਤੇ ਨਹੀਂ ਰਹੇ, ਇਹਨਾਂ ਨੂੰ ਆਪਣੀ ਆਖਰੀ ਇਲੈਕਸ਼ਨ ਇਹਨਾਂ ਨੇ ਹਰਾਈ ਹੈ। ਇਸ ਤੋਂ ਪਹਿਲਾਂ ਮੈਂ ਇਹ ਵੀ ਦੱਸਦਾ ਕਿ 1989 ਦੇ ਵਿੱਚ ਗੁਰਮੀਤ ਸਿੰਘ ਖੁੱਡੀਆਂ ਦੇ ਪਿਤਾ ਜਗਦੇਵ ਸਿੰਘ ਖੁੱਡੀਆਂ, ਉਹ ਅਚਾਨਕ ਇੱਕ ਦਿਨ ਉਹਨਾਂ ਦਿਨਾਂ ਦੇ ਵਿੱਚ ਗਾਇਬ ਹੋ ਗਏ ਸੀ। ਉਹ ਮੈਂਬਰ ਪਾਰਲੀਮੈਂਟ ਸੀ ਤੇ ਬਾਅਦ ਦੇ ਵਿੱਚ, ਕਿਉਂਕਿ ਹਿਊਮਨ ਰਾਈਟਸ ਦੀ ਬਹੁਤ ਗੱਲ ਕਰ ਰਹੇ ਸੀ, ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਸੀ, ਤੇ ਬਾਅਦ ਦੇ ਵਿੱਚ ਉਹਨਾਂ ਦੀ ਜਿਹੜੀ ਬਾਡੀ ਆ, ਉਹਨਾਂ ਦੀ ਲਾਸ਼ ਆ, ਰਾਜਸਥਾਨ ਫੀਡਰ ਇੱਕ ਨਹਿਰ ਚੋਂ ਮਿਲਦੀ ਆ। ਪੰਜਾਬ ਪੁਲਿਸ ਦੇ ਉਸ ਦੌਰਾਨ ਬੜੇ ਦੋਸ਼ ਲੱਗੇ ਸੀ, ਉਹਨਾਂ ਦੇ ਵੱਲ ਸਾਰੇ ਇਸ਼ਾਰੇ ਕਰ ਰਹੇ ਸੀ ਕਿ ਹੋ ਸਕਦਾ ਉਸ ਟਾਈਮ KPS ਗਿੱਲ ਹੁੰਦੇ ਸੀ, ਉਹ ਵੀ ਹੁਣ ਦੁਨੀਆ ਤੇ ਨਹੀਂ ਰਹੇ, ਉਹਨਾਂ ਤੇ ਇਲਜ਼ਾਮ ਸੀ ਕਿ ਹੋ ਸਕਦਾ KPS ਗਿੱਲ ਦਾ ਵੀ ਇਹਦੇ ਵਿੱਚ ਹੱਥ ਰਿਹਾ ਹੋਵੇ। ਪਰ ਸਾਡਾ ਅੱਜ ਦਾ ਵਿਸ਼ਾ ਹੋਰ ਆ। ਬਲਕਾਰ ਸਿੰਘ, ਇਹ ਕਰਤਾਰਪੁਰ ਤੋਂ ਆਉਂਦੇ ਨੇ
ਤੇ ਇਸ ਤਰ੍ਹਾਂ ਲੱਗਦਾ ਕਿ ਸ਼ਾਇਦ ਇਹਨਾਂ ਨੂੰ ਜਿਸ ਤਰ੍ਹਾਂ ਜ਼ਿਮਨੀ ਚੋਣ ਜਿੱਤੀ ਸੀ ਆਮ ਆਦਮੀ ਪਾਰਟੀ ਨੇ ਜਲੰਧਰ ਤੋਂ, ਉਸ ਦਾ ਇੱਕ ਤਰ੍ਹਾਂ ਇਨਾਮ ਮਿਲਿਆ ਹੋਵੇ, ਕਿਉਂਕਿ ਕਹਿੰਦੇ ਨੇ ਕਿ ਇਹਨਾਂ ਨੇ ਉੱਥੇ ਕਾਫੀ ਮਿਹਨਤ ਕੀਤੀ ਆ। ਔਰ ਇਹ ਵੀ ਇੱਕ ਸਾਬਕਾ ਪੁਲਿਸ ਆਫੀਸਰ ਨੇ, ਜਲੰਧਰ ਤੋਂ ਹੀ ਰਿਟਾਇਰ ਹੋਏ ਨੇ ਤੇ ਇਸੇ ਤਰ੍ਹਾਂ ਉਸ ਤੋਂ ਬਾਅਦ ਆਮ ਆਦਮੀ ਪਾਰਟੀ 'ਚ ਆ ਗਏ ਆ ਤੇ ਹੁਣ ਇਹਨਾਂ ਨੂੰ ਮੰਤਰੀ ਬਣਨ ਦਾ ਮੌਕਾ ਮਿਲਿਆ। ਇੱਕ ਗੱਲ ਹੋਰ ਕਰਨੀ ਆ ਕਿ ਡਾਕਟਰ ਇੰਦਰਬੀਰ ਸਿੰਘ ਨਿੱਜਰ ਰੇਡੀਓਲੋਜਿਸਟ ਨੇ, ਇਹਨਾਂ ਨੂੰ 4 ਜੁਲਾਈ ਸਨ 2022 ਦੇ ਵਿੱਚ ਮੰਤਰੀ ਬਣਾਇਆ ਗਿਆ ਸੀ, ਬੜੇ ਜੋਸ਼ੋ ਖਰੋਸ਼ ਦੇ ਨਾਲ। ਸੈਰੇਮਨੀ ਤਾਂ ਹੁੰਦੀ ਆ ਤੇ ਇਹਨਾਂ ਨੂੰ ਲੋਕਲ ਗਵਰਨਮੈਂਟ ਦਾ ਜਿਹੜਾ ਮੰਤਰਾਲਾ ਦਿੱਤਾ ਗਿਆ ਸੀ, ਲੋਕਲ ਗਵਰਨਮੈਂਟ ਮਿਨਿਸਟਰੀ ਦਿੱਤੀ ਗਈ ਸੀ। ਤੇ ਫਿਰ ਇਹ ਤਾਂ ਪੂਰਾ 1 ਸਾਲ ਵੀ ਨਾ ਕੱਟੇ। ਕਿਹਾ ਜਾਂਦਾ ਕਿ ਜਾਂ ਤਾਂ ਇਹ ਤਾਂ ਇਹਨਾਂ ਨੇ ਕਿਹਾ ਕਿ ਇਹਨਾਂ ਨੇ ਅਸਤੀਫਾ ਦਿੱਤਾ। ਹੁਣ ਇਹਨਾਂ ਨੇ ਅਸਤੀਫਾ ਦਿੱਤਾ ਕਿ ਇਹਨਾਂ ਤੋਂ ਅਸਤੀਫਾ ਲਿਆ, ਉਹ ਤੁਸੀਂ ਆਪ ਬਿਹਤਰ ਸਮਝ ਸਕਦੇ ਹੋ, ਕਿਉਂਕਿ ਇਹ ਬਰਜਿੰਦਰ ਸਿੰਘ ਹਮਦਰਦ ਜਿਹੜੇ ਅਜੀਤ ਦੇ ਮੈਨੇਜਿੰਗ ਐਡੀਟਰ ਨੇ, ਮੈਨੇਜਿੰਗ ਡਾਇਰੈਕਟਰ ਨੇ, ਕਰਤਾ ਧਰਤਾ ਨੇ, ਉਹਨਾਂ ਨੂੰ ਜਦੋਂ ਪੰਜਾਬ ਵਿਜੀਲੈਂਸ ਬਿਊਰੋ ਨੇ ਬੁਲਾ ਲਿਆ ਪੁੱਛਗਿੱਛ ਲਈ, ਜੰਗੇ ਆਜ਼ਾਦੀ ਮੈਮੋਰੀਅਲ ਉਹਦੇ ਵਿੱਚ ਕਹਿੰਦੇ ਬਣਨ ਦੇ ਵਿੱਚ ਜੋ ਘਪਲਾ ਹੋਇਆ ਉਹਦੇ ਵਿੱਚ ਚਾਰजेस ਇਹ ਲੱਗ ਰਹੇ ਨੇ ਕਿ ਬਰਜਿੰਦਰ ਸਿੰਘ ਹਮਦਰਦ ਦਾ ਵੀ ਹੱਥ ਆ। ਪਰ ਇਹਨਾਂ ਨੇ ਯਾਨੀ ਕਿ ਡਾਕਟਰ ਇੰਦਰਬੀਰ ਸਿੰਘ ਨਿੱਜਰ ਨੇ ਉਹਨਾਂ ਦੀ ਹਮਾਇਤ ਕੀਤੀ ਜਾਂ ਉਹਨਾਂ ਦੀ ਸਪੋਰਟ ਤੇ ਆ ਗਏ। ਉਹ ਕਹਿੰਦੇ ਇਹਨਾਂ ਦਾ ਤਾਂ ਕੁਝ ਲੈਣਾ ਦੇਣਾ ਹੀ ਨਹੀਂ, ਸੋ ਇਹਨਾਂ ਨੂੰ ਬੁਲਾਉਣਾ ਗਲਤ ਆ। ਸ਼ਾਇਦ ਕਿਤੇ ਨਾ ਕਿਤੇ ਸਰਕਾਰ ਨੂੰ ਹੋ ਸਕਦਾ ਇਹ ਟ੍ਰਿਗਰਿੰਗ ਪੁਆਇੰਟ ਵੀ ਹੋਵੇ। ਇਸ ਤੋਂ ਪਹਿਲਾਂ ਵੀ ਜਿਹੜਾ ਮਾਮਲਾ ਕਾਫੀ ਦੇਰ ਤੱਕ ਚੱਲਦਾ ਰਿਹਾ ਹੋਵੇ ਤੇ ਕਈ ਵਾਰੀ ਸਰਕਾਰਾਂ ਮੌਕਾ ਹੀ ਤਲਾਸ਼ਦੀਆਂ ਹੁੰਦੀਆਂ ਤੇ ਉਹਨਾਂ ਨੂੰ ਲੱਗਾ ਹੋਵੇ ਕਿ ਇਹ ਤਾਂ ਜਿਹੜੀ ਸਟੇਟਮੈਂਟ ਹੈ ਉਹ ਸਰਕਾਰ ਦੇ ਖਿਲਾਫ ਚਲੀ ਗਈ, ਕਿਉਂਕਿ ਸਰਕਾਰ ਤਾਂ ਬਰਜਿੰਦਰ ਸਿੰਘ ਹਮਦਰਦ ਨੂੰ ਪੂਰੀ ਤਰ੍ਹਾਂ ਬੁਲਾਉਣ ਦੇ ਵਿੱਚ ਇੱਛੁਕ ਆ, ਉਹਨਾਂ ਦੀ ਪੁੱਛਗਿੱਛ ਕਰਨ ਦੇ ਵਿੱਚ ਇੱਛੁਕ ਆ। ਉਹਨਾਂ ਨੂੰ ਲੱਗਦਾ ਕਿ ਬਰਜਿੰਦਰ ਸਿੰਘ ਹਮਦਰਦ ਜਾਂ ਉਹਨਾਂ ਦਾ ਅਖਬਾਰ ਤਾਂ ਉਹਨਾਂ ਦੇ ਖਿਲਾਫ ਚੱਲ ਰਿਹਾ ਤੇ ਉਹਨਾਂ ਦਾ ਆਪਣਾ ਹੀ ਮੰਤਰੀ ਉਹਨਾਂ ਦਾ ਕਿਵੇਂ ਸਾਥ ਦੇ ਸਕਦਾ। ਵੈਸੇ ਪੰਜਾਬ ਦੇ ਗਵਰਨਰ, ਅੱਜ ਮੈਂ ਅਜੀਤ ਖਬਰ ਪੜ੍ਹ ਰਿਹਾ ਸੀ, ਉਹਦੇ ਵਿੱਚ ਤਾਂ ਇਹ ਵੀ ਲਿਖਿਆ ਕਿ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਨੇ ਚਿੱਠੀ ਲਿਖੀ ਆ ਕਿ ਤੁਸੀਂ ਬਰਜਿੰਦਰ ਸਿੰਘ ਹਮਦਰਦ ਨੂੰ ਕਿਵੇਂ ਸੱਦ ਲਿਆ, ਇਹ ਤੁਹਾਡੇ ਲਈ ਠੀਕ ਨਹੀਂ ਹੈ। ਇਹ ਕਿੰਨੀ ਕੁ ਵਾਜਬ ਗੱਲ ਆ, ਖੈਰ ਇਹ ਤਾਂ ਤੁਸੀਂ ਸਮਝ ਸਕਦੇ ਹੋ। ਅੱਜ ਤੱਕ ਇਲੈਕਸ਼ਨਾਂ ਦੇ ਵਿੱਚ ਅਜੀਤ ਅਖਬਾਰ ਨੇ ਪੈਸੇ ਨਹੀਂ ਲਏ, ਇਸ ਗੱਲ ਦਾ ਮੈਂ ਗਵਾਹ ਹਾਂ। ਹੋਰ ਜੀ ਤੇ ਮਰਜ਼ੀ ਪੁੱਛ ਲਓ, ਪੈਸੇ ਲੈ ਕੇ ਕਦੇ ਉਹਨਾਂ ਨੇ ਖਬਰ ਨਹੀਂ ਲਗਾਈ। ਇਹ ਨਹੀਂ ਹੈ ਜੀ ਜਿੰਨੀਆਂ ਲਾਈਨਾਂ ਲੱਗੜੀਆਂ ਉਨੀਆਂ ਦੇ ਪੈਸੇ, ਇਸ ਤਰ੍ਹਾਂ ਕਦੇ ਅਜੀਤ ਨੇ ਨਹੀਂ ਕੀਤਾ, ਨਾ ਹੀ ਇਹਨਾਂ ਦੇ ਟੀਵੀ ਨੇ ਕਦੇ ਕੀਤਾ। ਅਜਿਹਾ ਅਖਬਾਰ ਜੇ ਤਾਂ ਜੰਗੇ ਆਜ਼ਾਦੀ ਦੀ ਮੈਂ ਗੱਲ ਕਰਦਾ, ਜੰਗੇ ਆਜ਼ਾਦੀ 14 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਜੀ ਨੇ ਇਸ ਦੀ ਸ਼ੁਰੂਆਤ ਕੀਤੀ। ਇੱਕ ਬਹੁਤ ਬੜਾ ਔਰ ਵਧੀਆ ਅਦਾਰਾ ਬਣਿਆ ਜਿਹੜਾ ਕਿ ਪੰਜਾਬ ਦੇ ਵਿੱਚੋਂ ਜਿਹੜੇ ਬੰਦੇ ਸ਼ਹੀਦ ਹੋਏ ਉਹਨਾਂ ਦੀ ਸ਼ਹੀਦੀ ਨੂੰ ਦਰਸਾਉਂਦਾ। ਇੱਕ ਨੈਸ਼ਨਲ ਮੋਨੂਮੈਂਟ ਹੈ, ਇੱਕ ਨੈਸ਼ਨਲ ਬਹੁਤ ਵਧੀਆ ਅਦਾਰਾ ਹੈ ਜਿੱਥੇ ਜਾ ਕੇ ਤੁਹਾਨੂੰ ਦੇਸ਼ ਦੀ ਹਿਸਟਰੀ, ਪੰਜਾਬ ਦੀ ਹਿਸਟਰੀ ਦਾ ਪਤਾ ਲੱਗਦਾ ਹੈ, ਪੰਜਾਬ ਦੇ ਉਹਨਾਂ ਲੋਕਾਂ ਦਾ ਪਤਾ ਲੱਗਦਾ ਜਿਨ੍ਹਾਂ ਨੇ ਦੇਸ਼ ਵਾਸਤੇ ਕੁਰਬਾਨੀਆਂ ਕੀਤੀਆਂ। ਉਸ ਅਦਾਰੇ ਦਾ ਬਰਜਿੰਦਰ ਸਿੰਘ ਹਮਦਰਦ ਨੂੰ ਬਾਦਲ ਸਾਹਿਬ ਨੇ ਮਿੰਨਤਾਂ ਕਰਕੇ ਚੇਅਰਮੈਨ ਬਣਾਇਆ ਤੇ ਨਾਲ ਸੈਕਟਰੀ ਡੀਸੀ ਹੈ। ਸਾਰਾ ਕੁਝ ਅੰਡਰ ਸੀਐਮ ਦੇ ਹੁੰਦਾ, ਸੀਐਮ ਦੀ ਦੇਖ ਰੇਖ ਦੇ ਵਿੱਚ ਸਾਰਾ ਕੁਝ ਬਣਦਾ। ਉੱਥੇ PWD ਔਰ ਸਰਕਾਰੀ ਏਜੰਸੀਆਂ ਕੰਮ ਕਰਦੀਆਂ, ਡੀਸੀ ਉਹਦਾ ਚੈੱਕ ਕੱਢਦਾ, ਡੀਸੀ ਦੇ ਕੋਲੇ ਸਾਰਾ ਰਿਕਾਰਡ ਹੁੰਦਾ, ਡੀਸੀ ਨੇ ਸਭ ਕੁਝ ਦੇਖਣਾ ਹੁੰਦਾ। ਮੈਂ ਹੈਰਾਨ ਹੈ ਕਿ ਉਹਦੇ ਵਾਸਤੇ ਵਿਜੀਲੈਂਸ ਪੰਜਾਬ ਦੀ ਬਰਜਿੰਦਰ ਸਿੰਘ ਹਮਦਰਦ ਨੂੰ ਸੱਦ ਰਹੀ ਹੈ ਆਪਣੇ ਦਫ਼ਤਰ ਦੇ ਵਿੱਚ, ਜਿਹੜੀ ਕਿ ਘੋਰ ਨਿੰਦਣਯੋਗ ਗੱਲ ਹੈ। ਇਸ ਤੋਂ ਘਟੀਆ ਹਰਕਤ ਕੋਈ ਨਹੀਂ ਹੋ ਸਕਦੀ। ਹੁਣ ਕੁਝ ਹੋਰ ਮੰਤਰਾਲਿਆਂ ਦੀ ਵੀ ਗੱਲ ਕਰ ਸਕਦੇ ਹਾਂ, ਕਿਹੜੇ-ਕਿਹੜੇ ਜਿਹੜੇ ਮੰਤਰਾਲੇ ਨੇ ਉਹ ਬਾਕੀ ਮਿਨਿਸਟਰਸ ਨੂੰ ਦਿੱਤੇ ਗਏ ਨੇ। ਜਿੱਥੋਂ ਤੱਕ ਤੁਸੀਂ ਦੇਖੋ, ਬਲਕਾਰ ਸਿੰਘ ਨੂੰ ਲੋਕਲ ਗਵਰਨਮੈਂਟ, ਜਿਹੜਾ ਕਿ ਡਾਕਟਰ ਇੰਦਰਬੀਰ ਸਿੰਘ ਨਿੱਜਰ ਕੋਲੇ ਮਹਿਕਮਾ ਸੀ, ਉਹ ਇਹਨਾਂ ਨੂੰ ਦੇਤਾ। ਔਰ ਇਸੇ ਤਰ੍ਹਾਂ ਪਾਰਲੀਮੈਂਟਰੀ ਅਫੇਅਰਸ, ਇਹ ਮਹਿਕਮਾ ਵੀ ਹੁਣ ਬਲਕਾਰ ਸਿੰਘ ਨੂੰ ਦੇਤਾ। ਗੁਰਮੀਤ ਸਿੰਘ ਖੁੱਡੀਆਂ ਕੋਲੇ 3 ਮਹਿਕਮੇ ਚਲੇ ਗਏ, ਇੱਕ ਤਾਂ ਉਹਨਾਂ ਨੂੰ ਐਗਰੀਕਲਚਰ ਤੇ ਫਾਰਮਰਸ ਵੈਲਫੇਅਰ ਇਹ ਮਹਿਕਮਾ ਦੇਤਾ, ਦੂਸਰਾ ਐਨੀਮਲ ਹਸਬੈਂਡਰੀ, ਫਿਸ਼ਰੀਜ਼ ਐਂਡ ਡੇਅਰੀ ਡਿਵੈਲਪਮੈਂਟ ਇਹ ਵੀ ਮਹਿਕਮਾ ਇਹਨਾਂ ਨੂੰ ਦੇਤਾ, ਤੇ ਤੀਸਰਾ ਮਹਿਕਮਾ ਫੂਡ ਪ੍ਰੋਸੈਸਿੰਗ। ਕਾਫੀ ਅਹਿਮ ਮਹਿਕਮੇ ਨੇ। ਔਰ ਸਾਡੀ ਜਿਸ ਤਰ੍ਹਾਂ ਪੰਜਾਬ ਖੇਤੀ ਪ੍ਰਧਾਨ ਸੂਬਾ, ਇੱਥੋਂ ਦੀ ਇਕਨੋਮੀ ਚੱਲਦੀ ਆ, ਸੋ ਮੈਨੂੰ ਲੱਗਦਾ ਕਿ ਗੁਰਮੀਤ ਸਿੰਘ ਖੁੱਡੀਆਂ ਦਾ ਇਸ ਵਿੱਚ ਬਹੁਤ ਅਹਿਮ ਰੋਲ ਰਹਿਣ ਵਾਲਾ। ਇਸੇ ਤਰ੍ਹਾਂ ਦੇਖੋ ਲਾਲਜੀਤ ਸਿੰਘ ਭੁੱਲਰ, ਉਹਨਾਂ ਨੂੰ ਟਰਾਂਸਪੋਰਟ ਮਹਿਕਮਾ
ਪਰ ਉਹਨਾਂ ਤੋਂ ਐਨੀਮਲ ਹਸਬੈਂਡਰੀ, ਫਿਸ਼ਰੀਜ਼ ਜਾਂ ਡੇਅਰੀ ਡਿਵੈਲਪਮੈਂਟ ਲੈ ਲਿਆ ਗਿਆ ਤੇ ਉਹਨਾਂ ਨੂੰ ਰੂਰਲ ਡਿਵੈਲਪਮੈਂਟ ਤੇ ਪੰਚਾਇਤ ਮਹਿਕਮਾ ਦੇ ਦਿੱਤਾ ਗਿਆ। ਹੁਣ ਇੱਥੇ ਦੇਖੋ ਤੁਸੀਂ, ਕੁਲਦੀਪ ਸਿੰਘ ਢਾਲੀਵਾਲ, ਮੈਨੂੰ ਲੱਗਦਾ ਸਭ ਤੋਂ ਜ਼ਿਆਦਾ ਮਹਿਕਮੇ ਇਹਨਾਂ ਤੋਂ ਵਾਪਸ ਲੈ ਲਏ ਗਏ ਆ। ਬਾਕੀਆਂ ਦੀ ਤਾਂ ਚਲੋ ਇੱਕ ਤਰ੍ਹਾਂ ਲੱਗਦਾ ਕਿ ਪ੍ਰਮੋਸ਼ਨ ਹੋ ਗਈ, ਤੇ ਕੁਲਦੀਪ ਸਿੰਘ ਢਾਲੀਵਾਲ ਜਿਹੜੇ ਕਾਫੀ ਮੂਹਰੇ ਲੱਗ ਕੇ ਜਾਂ ਬੜੇ ਜੋਸ਼ੋ ਖਰੋਸ਼ ਦੇ ਨਾਲ ਉਹ ਕਹਿ ਰਹੇ ਸੀ ਕਿ ਅਸੀਂ ਪੰਚਾਇਤਾਂ ਦੀਆਂ ਜ਼ਮੀਨਾਂ ਛਡਾ ਲੈਣੀਆਂ ਨੇ, ਸਰਕਾਰੀ ਜ਼ਮੀਨਾਂ ਛਡਾ ਲੈਣੀਆਂ ਨੇ, ਉਹਨਾਂ ਤੋਂ ਇਹ ਮਹਿਕਮਾ ਹੀ ਲੈ ਲਿਆ ਗਿਆ ਔਰ ਮਹਿਕਮਾ ਦੇ ਦਿੱਤਾ ਗਿਆ ਲਾਲਜੀਤ ਸਿੰਘ ਭੁੱਲਰ ਨੂੰ। ਤੇ ਇਹਨਾਂ ਕੋਲੇ, ਕੁਲਦੀਪ ਸਿੰਘ ਢਾਲੀਵਾਲ ਕੋਲੇ ਹੁਣ ਕੇਵਲ ਇੱਕ NRI ਮਹਿਕਮਾ ਬਚਿਆ ਤੇ ਦੂਸਰਾ ਐਡਮਿਨਿਸਟ੍ਰੇਟਿਵ ਰਿਫਾਰਮਸ। ਵੈਸੇ ਐਡਮਿਨਿਸਟ੍ਰੇਟਿਵ ਰਿਫਾਰਮਸ ਦੀ ਲੋੜ ਬਹੁਤ ਆ, ਦੇਖਦੇ ਆ ਕਿ ਕੁਲਦੀਪ ਸਿੰਘ ਢਾਲੀਵਾਲ ਇਹਦੇ ਵਿੱਚ ਕਿੰਨਾ ਕੁ ਕਮਾਲ ਕਰ ਪਾਉਂਦੇ ਨੇ। ਗੁਰਮੀਤ ਸਿੰਘ ਮੀਥੇਰ, ਇਹਨਾਂ ਨੂੰ ਕਾਫੀ ਮਹਿਕਮੇ ਦੇ ਦਿੱਤੇ ਗਏ ਆ, ਲਗਭਗ 5 ਮਹਿਕਮੇ ਨੇ। ਵਾਟਰ ਰਿਸੋਰਸਿਸ ਆ, ਇਸ ਤਰ੍ਹਾਂ ਮਾਈਨਸ ਐਂਡ ਜਿਓਲੋਜੀ ਆ, ਸਾਇੰਸ ਐਂਡ ਟੈਕਨੋਲੋਜੀ, এনवायरमेंट ਆ। ਮੈਂ ਤੁਹਾਨੂੰ ਇੱਕ ਕਿੱਸਾ ਸੁਣਾਉਣਾ ਕਿ ਕਾਫੀ ਸਮਾਂ ਪਹਿਲਾਂ ਜਦੋਂ ਅਵਤਾਰ ਹੈਨਰੀ, ਉਹਨਾਂ ਕੋਲ ਵੀ ਸਾਇੰਸ ਐਂਡ ਟੈਕਨੋਲੋਜੀ ਆਇਆ ਸੀ ਤੇ ਮੈਂ ਉਹਨਾਂ ਨੂੰ ਫੋਨ ਕੀਤਾ ਕਿ ਤੁਹਾਡੇ ਕੋਲ ਕਿਹੜੇ ਕਿਹੜੇ ਮਹਿਕਮੇ ਆ ਗਏ, ਤੇ ਉਹਨਾਂ ਨੇ ਕਿਹਾ ਸਾਇੰਸ ਐਂਡ ਟੈਕਨੋਲੋਜੀ। ਮੈਂ ਕਿਹਾ ਹਾਂਜੀ, ਇਹ ਤਾਂ ਵਧੀਆ ਮਹਿਕਮਾ। ਕਹਿੰਦੇ ਨਹੀਂ, ਬਹੁਤ ਪੜ੍ਹਿਆ ਲਿਖਿਆ ਵਾਲਾ ਮਹਿਕਮਾ। ਇਸ ਤਰ੍ਹਾਂ ਦਾ ਉਹਨਾਂ ਦਾ ਰਿਐਕਸ਼ਨ ਸੀ। ਖੈਰ, ਦੇਖਦੇ ਆ ਇਹਨਾਂ ਨੂੰ ਇਹ ਮਹਿਕਮੇ ਤਾਂ ਮਿਲ ਗਿਆ ਤੇ ਇਹਨਾਂ ਦੀ ਕੀ ਪਰਫਾਰਮੈਂਸ ਰਹਿੰਦੀ ਆ, ਉਹ ਖੈਰ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੂਗਾ। ਤੁਸੀਂ ਦੇਖ ਰਹੇ ਸੀ ਕਨੈਕਟ ਸ਼ੀਸ਼ਾ, ਮੈਂ ਮਨਪ੍ਰੀਤ ਰੰਧਾਵਾ।